ਸਤਿ ਸ਼੍ਰੀ ਅਕਾਲ ਜੀ। ਮੈਂ ਗੁਰਜਤਿੰਦਰ ਸਿੰਘ ਰੰਧਾਵਾ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV ਚੈਨਲ। ਰੀਅਲ ਅਸਟੇਟ ਇਨ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਇਸ ਪ੍ਰੋਗਰਾਮ ਵਿੱਚ ਅਸੀਂ ਕੈਲੀਫੋਰਨੀਆ ਵਿੱਚ ਕਿਸੇ ਵੀ ਤਰ੍ਹਾਂ ਦੀ ਜਾਇਦਾਦ ਹੁੰਦੀ ਹੈ ਉਹਦੇ ਬਾਰੇ ਕੋਈ ਡਿਸਕਸ਼ਨ ਕਰਦੇ ਹਾਂ। ਰੀਅਲ ਸਟੇਟ ਮਾਰਕੀਟ ਕਿੱਧਰ ਜਾਂਦੀ ਹੈ ਉਹਦੇ ਬਾਰੇ ਡਿਸਕਸ਼ਨ ਕਰਦੇ ਹਾਂ, ਚਾਹੇ ਉਹ ਰੈਜ਼ੀਡੈਂਸ਼ੀਅਲ ਆ, ਚਾਹੇ ਉਹ ਕਮਰਸ਼ੀਅਲ ਆ, ਚਾਹੇ ਲੈਂਡ ਆ, ਹੋਰ ਵੀ ਵੱਖ-ਵੱਖ ਤਰ੍ਹਾਂ ਦੀਆਂ ਜਿਸ ਤਰੀਕੇ ਦੀ ਵੀ ਜਿਹੜੀ ਪ੍ਰੋਪਰਟੀਜ਼ ਹੁੰਦੀਆਂ ਉਹਦੇ ਬਾਰੇ ਅਸੀਂ ਚਰਚਾ ਕਰਦੇ। ਅਤੇ ਮੇਰੇ ਨਾਲ ਸਾਡੇ ਸਟੂਡੀਓ ਵਿੱਚ ਹਾਜ਼ਰ ਹੁੰਦੇ ਆ ਅਮਨ ਪਵਾਰ। ਤੁਹਾਡਾ ਸਵਾਗਤ ਹੈ। ਅਤੇ ਇਸ ਤੋਂ ਪਹਿਲਾਂ ਕਿ ਪ੍ਰੋਗਰਾਮ ਸ਼ੁਰੂ ਕਰੀਏ, ਮੈਂ ਆਪਣਾ ਰੀਅਲ ਸਟੇਟ ਲਾਇਸੈਂਸ ਨੰਬਰ ਦੱਸ ਦਿੰਦਾ ਜੀ। ਮੇਰਾ ਨੰਬਰ 014905601490567। ਸਤਿ ਸ਼੍ਰੀ ਅਕਾਲ ਜੀ। ਮੇਰਾ ਨੰਬਰ ਹੈਗਾ 0215 1208। ਠੀਕ ਹੈ ਜੀ। ਅਤੇ ਸਭ ਤੋਂ ਪਹਿਲਾਂ ਤਾਂ ਆਪਾਂ ਵਧਾਈਆਂ ਦਿੰਦੇ ਆਪਣੇ ਦਰਸ਼ਕਾਂ ਨੂੰ ਕਿ ਬਹੁਤ ਬਹੁਤ ਵਧਾਈਆਂ ਨਵੇਂ ਸਾਲ ਦੀਆਂ। ਸਾਲ 2023 ਜਿਹੜਾ ਉਹ ਸਾਰਿਆਂ ਲਈ ਸ਼ੁਭ ਕਾਮਨਾਵਾਂ ਲੈ ਕੇ ਆਵੇ ਅਤੇ ਸਾਰਿਆਂ ਲਈ ਵਧੀਆ ਸਾਲ ਹੋਵੇ, ਤੰਦਰੁਸਤੀਆਂ ਮਾਣਨ ਅਤੇ ਨਵੇਂ ਪ੍ਰੋਪਰਟੀਜ਼ ਜਿਹੜੀਆਂ ਉਹਦੇ ਖਰੀਦਣ ਜਾਂ ਵੇਚਣ ਬਾਰੇ ਸਾਡੇ ਨਾਲ ਸੰਪਰਕ ਕਰਨ। ਜੀ ਬਿਲਕੁਲ, ਨਵੇਂ ਸਾਲ ਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ ਸਾਡੇ ਸਾਰਿਆਂ ਵੱਲੋਂ। ਮੈਂ ਸ਼ੁਰੂ ਕਰਦਾ ਤੁਹਾਡੇ ਨਾਲ। ਪਹਿਲਾਂ ਅੱਜ 2023 ਦੇ ਬਾਰੇ ਆਪਾਂ ਜੇ ਹਾਊਸਿੰਗ ਮਾਰਕੀਟ ਦੀ ਗੱਲ ਕਰੀਏ, ਤੁਹਾਨੂੰ ਕੀ ਲੱਗ ਰਿਹਾ? ਕਾਫੀ ਦਰਸ਼ਕ ਪੁੱਛਣਾ ਚਾਹੁੰਦੇ ਨੇ ਵੀ 2023 ਦੇ ਵਿੱਚ ਹਾਊਸਿੰਗ ਦੀ ਚੇਂਜਸ ਕੀ ਹੋਣੀਆਂ, ਕਿਉਂਕਿ 2022 ਦੇ ਐਂਡ ਦੇ ਵਿੱਚ ਸਾਰੇ ਗੱਲਾਂ ਕਰਦੇ ਸੀ ਵੀ ਹਾਊਸਿੰਗ ਮਾਰਕੀਟ ਡਰੋਪ ਹੋ ਰਹੀ ਜਾਂ ਵੱਧ ਰਹੀ ਹੈ ਇੰਟਰਸਟ ਰੇਟ ਦੇ ਬਾਰੇ। ਸੋ ਤੁਸੀਂ ਦੱਸੋ, ਫਰੈਸ਼ ਆਪਾਂ ਗੱਲਬਾਤ ਕਰਾਂਗੇ 2023 ਹਾਊਸਿੰਗ ਬਾਰੇ। ਕੀ ਕਹਿਣਾ ਤੁਹਾਡਾ ਇਸ ਬਾਰੇ? ਅਮਨ, ਜੇ ਆਪਾਂ ਸ਼ੁਰੂ ਕਰੀਏ 2008 ਤੋਂ ਮੇਰਾ ਖਿਆਲ ਵੀ ਬੈਟਰ ਰਹੂਗਾ। 2008 ਦੀ ਮਾਰਕੀਟ ਮੈਂ ਦੇਖੀ, ਕਿਉਂਕਿ ਮੈਂ 2005 ਤੋਂ ਰੀਅਲ ਸਟੇਟ ਬਿਜ਼ਨਸ ਵਿੱਚ ਹੈਗਾ ਜੀ। 2008 ਵਿੱਚ ਵੀ ਇੱਕ ਵਾਰੀ ਸਲੰਪ ਆਇਆ ਸੀ, ਉਦੋਂ ਵੀ ਰਿਸੈਸ਼ਨ ਦੇਖਣ ਨੂੰ ਮਿਲਿਆ ਸੀ ਅਤੇ ਬਹੁਤ ਸਾਰੇ ਉਦੋਂ ਲੋਕਾਂ ਦੇ ਘਰ ਜਿਹੜੇ ਸੀਗੇ ਉਹ ਛੁੱਟ ਗਏ ਸੀ, ਉਹਨਾਂ ਨੂੰ ਰੋਡ 'ਤੇ ਆਉਣਾ ਪੈ ਗਿਆ ਸੀ ਜਾਂ ਕਿਰਾਏ 'ਤੇ ਚਲੇ ਗਏ ਸੀ। ਬਹੁਤ ਬੁਰਾ ਹਾਲ ਸੀ ਉਦੋਂ। ਐਡਾ ਵੱਡਾ ਰਿਸੈਸ਼ਨ ਪੂਰੀ ਹਿਸਟਰੀ 'ਚ, ਅਮਰੀਕਾ ਦੀ ਹਿਸਟਰੀ 'ਚ ਕਦੇ ਬਹੁਤ ਦੇਖਣ 'ਚ ਨਹੀਂ ਮਿਲਿਆ, ਬਹੁਤ ਘੱਟ ਮਿਲਿਆ। ਉਹ ਜਿਹੜੀ ਸਿਚੁਏਸ਼ਨ ਸੀ ਜਿਹੜੀ 2008 ਤੋਂ ਲੈ ਕੇ 2009, 10 ਫਿਰ 11 ਜਾ ਕੇ ਦੁਬਾਰਾ ਪਿਕਅਪ ਹੋਈ ਸੀ। ਉਦੋਂ ਉਸ ਸਿਚੁਏਸ਼ਨ 'ਚ ਆਪਾਂ ਕਹਿ ਸਕਦੇ ਅਤੇ ਹੁਣ ਸਿਚੁਏਸ਼ਨ ਦਾ ਜ਼ਮੀਨ ਅਸਮਾਨ ਦਾ ਫਰਕ ਆ। ਉਦੋਂ ਲੋਕੀ ਪ੍ਰਪੇਅਰ ਨਹੀਂ ਸੀ ਵੀ ਰਿਸੈਸ਼ਨ ਆਉਣ ਵਾਲਾ ਜਾਂ ਕੀ ਹੋਊਗਾ। ਉਦੋਂ ਇੱਕਦਮ ਹੀ ਲੋਕਾਂ ਦੇ ਇੱਕਦਮ ਭੀੜ ਪੈ ਗਈ, ਸਾਰੇ ਬਿਜ਼ਨਸ ਬੰਦ ਹੋ ਗਏ, ਸਾਰੀਆਂ ਜਿਹੜੀਆਂ ਉਹਨਾਂ ਦੀਆਂ ਘਰ ਸੀ ਲੋਕਾਂ ਦੇ ਉਹ ਛੁੱਟ ਗਏ ਸੀਗੇ। ਹੁਣ ਜਿਹੜਾ ਰਿਸੈਸ਼ਨ ਹੋਰ ਟਾਈਪ ਦਾ, ਕੋਵਿਡ ਦੇ ਦੌਰਾਨ ਸਰਕਾਰ ਨੇ ਪੈਸਾ ਬਹੁਤ ਵੰਡਿਆ, ਜਿਹਦੇ ਕਰਕੇ ਲੋਕਾਂ ਕੋਲ ਪੈਸੇ ਜਿਹੜੇ ਬਿਜ਼ਨਸਮੈਨ ਆ, ਜਿਨ੍ਹਾਂ ਨੇ ਕੋਈ ਕਾਰਪੋਰੇਸ਼ਨ ਵੀ ਰਜਿਸਟਰਡ ਕਰਾਈਆਂ ਹੋਈ ਸੀ, ਉਹਨਾਂ ਕੋਲ ਪੈਸਾ ਸੇਵ ਹੈਗਾ। ਬਹੁਤ ਸਾਰਾ ਲੋਨ ਜਿਹੜਾ ਸੀ ਉਹ ਦਿੱਤਾ ਗਿਆ, PPP ਦਿੱਤੇ ਗਏ, ਉਹਨਾਂ ਨੂੰ ਲੋਨ ਦਿੱਤੇ ਗਏ, ਜਾਂ ਹੋਰ ਕੁਛ ਫੈਸਿਲਿਟੀਜ਼ ਜਿਹੜੀ ਸੀ ਗੌਰਮੈਂਟ ਵੱਲੋਂ ਕੋਵਿਡ ਦੇ ਦੌਰਾਨ ਦਿੱਤੀ ਗਈ। ਕੋਵਿਡ ਦੇ ਦਿਨਾਂ ਵਿੱਚ ਇੰਨਾ ਜ਼ਿਆਦਾ ਹਾਊਸਿੰਗ ਮਾਰਕੀਟ ਖਾਸ ਕਰਕੇ ਮੈਂ ਕਹਿਣਾ ਚਾਹੁੰਦਾ ਅਪ ਹੋ ਗਈ ਕਿ ਜਿੰਨੇ ਵੀ ਲੋਕਾਂ ਦੇ ਜਿਹੜੇ ਪੈਸੇ ਸੀ ਉਹ ਬਜਾਏ ਆਪਣੇ ਉਸ ਬਿਜ਼ਨਸ ਵਿੱਚ ਇਨਵੈਸਟ ਕਰਨ ਦੇ, ਬਹੁਤੇ ਲੋਕਾਂ ਨੇ ਘਰਾਂ ਵਿੱਚ ਇਨਵੈਸਟ ਕਰ ਦਿੱਤੇ, ਜਿਹਦੇ ਕਰਕੇ ਜਿਹੜੇ ਪ੍ਰਾਈਸ ਸੀਗੇ ਬਹੁਤ ਉੱਪਰ ਚਲੇ ਗਏ। ਇਹ ਜਿਹੜੇ ਪ੍ਰਾਈਸ ਆ ਇੰਨੇ ਇੱਕਦਮ ਪਹਿਲਾਂ ਨਹੀਂ ਸੀ ਹੈਗੇ। ਜੇ ਅੱਜ ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ, 6 ਲੱਖ ਦਾ ਘਰ, 6 ਲੱਖ ਦਾ ਘਰ ਜੇ ਆਪਾਂ ਜਿਹੜਾ 2022 'ਚ ਸ਼ੁਰੂ 'ਚ ਸੀਗਾ, ਉਹ 2018 'ਚ 6 ਲੱਖ ਦਾ ਨਹੀਂ ਸੀ, ਮੈਕਸੀਮਮ ਕਹਿ ਸਕਦੇ ਹਾਂ ਵੀ 4 ਲੱਖ ਦਾ ਸੀ। ਅਤੇ ਕਹਿ ਸਕਦੇ ਹਾਂ ਵੀ 2 ਲੱਖ 6 ਲੱਖ ਦੇ ਘਰ 'ਚ ਜਿਹੜੀ ਸੀਗੀ ਉਹ ਕੀਮਤ ਵਧੀ, ਅਤੇ ਉਹਦੇ ਨਾਲ ਜਿਹੜਾ ਹੋਰ ਵੀ ਜਿਵੇਂ ਘਰਾਂ ਦੀ ਕੀਮਤਾਂ ਆਪਾਂ ਦੱਸਦੇ ਹਾਂ ਵੀ ਬਹੁਤ ਜ਼ਿਆਦਾ ਵੱਧ ਗਈਆਂ ਸੀ। ਡਿਮਾਂਡ ਇੰਨੀ ਜ਼ਿਆਦਾ ਹੋ ਗਈ ਸੀ ਕੋਵਿਡ ਦੇ ਦਿਨਾਂ ਵਿੱਚ, ਲੋਕੀ ਭਾਵੇਂ ਘਰਾਂ 'ਚ ਬੈਠੇ ਸੀ, ਪਰ ਜਿਹੜੀ ਰੀਅਲ ਸਟੇਟ ਮਾਰਕੀਟ ਆ ਉਹ ਇੰਨੀ ਜ਼ਿਆਦਾ ਬੂਮ ਹੋਈ ਕਿ ਇਨਵੈਂਟਰੀ ਵੀ ਜਿਹੜੀ ਸੀਗੀ ਉਹ ਘੱਟ ਗਈ। ਬਾਜ਼ਾਰ 'ਚ ਮਾਰਕੀਟ 'ਚ ਘਰ ਜਿਹੜੇ ਸੀਗੇ ਬੜੇ ਔਖੇ ਹੋ ਜਾਂਦੇ ਸੀ ਲੱਭਣੇ, ਅਤੇ ਲੋਕਾਂ ਨੂੰ ਮਤਲਬ ਜੇ ਇੱਕ ਘਰ 6 ਲੱਖ ਦਾ ਲੱਗਿਆ ਉਹ ਬੜੀ ਮੁਸ਼ਕਿਲ ਲੱਭਦਾ ਸੀ ਇੱਕ ਘਰ ਸਿਰਫ। ਉਹਦੇ 'ਤੇ ਕਈ ਵਾਰੀ 15, 20 ਤੱਕ ਵੀ ਜਿਹੜੀਆਂ ਆਫਰਸ ਆ ਉਹ ਆ ਜਾਂਦੀਆਂ ਸੀ ਅਤੇ ਬਿੱਡ ਪੈਂਦੀ ਸੀ। 6 ਲੱਖ ਦਾ ਘਰ 7 ਲੱਖ 7.5 ਤੱਕ ਵੀ ਵਿਕਦਾ ਰਿਹਾ। ਪਰ ਇੱਕਦਮ ਜਿਹੜੀ ਮਾਰਕੀਟ ਆ ਉਹ ਉਦੋਂ ਡਾਊਨ ਹੋਈ। ਹਾਂ, ਉਦੋਂ ਸੱਚ ਇਹ ਵੀ ਨਾਲ ਦੱਸ ਦਈਏ, ਸਰਕਾਰ ਨੇ ਇੰਟਰਸਟ ਰੇਟ ਜਿਹੜਾ ਸੀਗਾ ਉਹ ਬਹੁਤ ਘੱਟ ਕਰ ਦਿੱਤਾ ਸੀ। ਆਪਾਂ ਕਹਿ ਸਕਦੇ ਹਾਂ ਕਿ 2.5-3% ਤੱਕ ਵੀ ਜਿਹੜਾ ਇੰਟਰਸਟ ਰੇਟ ਕਈਆਂ ਨੂੰ ਮਿਲ ਗਿਆ। ਉਹਦੇ ਕਰਕੇ ਵੀ ਮਾਰਕੀਟ ਜਿਹੜੀ ਬਹੁਤ ਉੱਤੇ ਹੋ ਗਈ। ਇਹ ਵੀ ਇੱਕ ਰੀਜ਼ਨ ਸੀ ਉਦੋਂ ਮਾਰਕੀਟ ਦਾ ਉੱਤੇ ਜਾਣ ਦਾ, ਡਿਮਾਂਡ ਜ਼ਿਆਦਾ ਵਧਣ ਦਾ। ਅਤੇ ਇੱਕ ਜਦੋਂ ਇਨਫਲੇਸ਼ਨ ਆਇਆ, ਸਰਕਾਰ ਨੇ ਦੇਖਿਆ ਵੀ ਇਹ ਤਾਂ ਹੁਣ ਸਾਰਾ ਕੁਛ
ਹੱਦ ਤੋਂ ਵੱਧ ਗਿਆ ਤੇ ਉਹਨਾਂ ਨੇ ਦੇਖਿਆ ਵੀ ਮਟੀਰੀਅਲ ਵੀ ਮਹਿੰਗਾ ਹੋ ਰਿਹਾ, ਘਰਾਂ ਦੀ ਮਾਰਕੀਟ ਵੀ ਮਹਿੰਗੀ ਹੋ ਰਹੀ ਆ। ਸਰਕਾਰ ਵੱਲੋਂ, ਅਮਰੀਕਾ ਦੀ ਸਰਕਾਰ ਦੀ ਮੈਂ ਗੱਲ ਕਰਦਾ, ਕਿ ਸਰਕਾਰ ਨੇ ਇਹ ਫੈਸਲਾ ਕੀਤਾ ਕਿ ਆਪਾਂ ਇੰਟਰਸਟ ਰੇਟ ਜਿਹੜਾ ਉਹ ਵਧਾ ਦਈਏ। ਇੰਟਰਸਟ ਰੇਟ ਉਦੋਂ ਵਧਾਇਆ ਜਾਂਦਾ ਜਦੋਂ ਇਨਫਲੇਸ਼ਨ ਕੰਟਰੋਲ ਕੀਤਾ ਜਾਂਦਾ। ਇਨਫਲੇਸ਼ਨ ਕੰਟਰੋਲ ਦਾ ਸਭ ਤੋਂ, ਜੇ ਆਪਾਂ ਬੈਕਬੋਨ ਕਹਿੰਦੇ ਆ, ਉਹ ਇਹ ਘਰ ਹੁੰਦੇ ਆ, ਰੀਅਲ ਸਟੇਟ ਹੁੰਦੀ, ਮਾਰਕੀਟ ਹੁੰਦੀ ਆ। ਤੇ ਉਹਦੇ ਲਈ ਇੰਟਰਸਟ ਰੇਟ, ਜੇ ਉਹਦੇ ਨਾਲ ਸੰਬੰਧਿਤ ਬਹੁਤ ਸਾਰਾ ਸਮਾਨ ਹੁੰਦਾ, ਬਿਲਡਿੰਗ ਮਟੀਰੀਅਲ ਹੁੰਦੀ ਆ, ਟਰੱਕਿੰਗ ਬਿਜ਼ਨਸ ਹੁੰਦਾ, ਜੇ ਲੋਕਾਂ ਕੋਲ ਠੇਕੇਦਾਰ ਹੁੰਦੇ ਆ, ਕੰਟਰੈਕਟਰ ਹੁੰਦੇ, ਜਾਂ ਹੋਰ ਵੀ ਲੇਬਰ ਹੁੰਦੀ ਆ, ਜੇ ਇਹਨਾਂ ਲੋਕਾਂ ਕੋਲ ਪੈਸਾ ਹੋਊਗਾ ਉਹ ਮਾਰਕੀਟ 'ਚ ਵੀ ਜਾਣਗੇ, ਉਹਦੇ ਨਾਲ ਸਟੋਰ ਵੀ ਜਿਹੜੇ ਚੱਲਦੇ ਆ। ਇਹ ਇੱਕ ਬੈਕਬੋਨ ਸਮਝੀ ਜਾਂਦੀ ਹੈ ਕਿਸੇ ਵੀ ਕੰਟਰੀਜ਼ ਦੀ, ਇਨਫਲੇਸ਼ਨ ਨੂੰ ਜਿਹੜਾ ਹੁੰਦਾ ਰੀਅਲ ਸਟੇਟ ਨੂੰ। ਤੇ ਰੀਅਲ ਸਟੇਟ ਇਸੇ ਕਰਕੇ ਉਹਨਾਂ ਨੇ ਇੰਟਰਸਟ ਰੇਟ ਵਧਾਇਆ ਕਿ ਇਨਫਲੇਸ਼ਨ ਜਿਹੜਾ ਉਹ ਕੰਟਰੋਲ ਕੀਤਾ ਜਾਵੇ। ਘਰਾਂ ਦੀ ਮਾਰਕੀਟ ਜੇ ਸਲੋ ਹੋਊਗੀ, ਲੋਕਾਂ ਕੋਲ ਪੈਸਾ ਥੋੜ੍ਹਾ ਜਿਹਾ ਘਟੂਗਾ, ਤਾਂ ਹੀ ਉਹ ਮਾਰਕੀਟ 'ਚ ਜਾਣਾ ਘਟਣਗੇ, ਤੇ ਜਿਹਦੇ ਨਾਲ ਜਿਹੜਾ ਰੇਟ ਜਿਹੜੇ ਆ ਉਹ ਥੋੜ੍ਹੇ ਜਿਹੇ ਥੱਲੇ ਆਉਣੇ ਸ਼ੁਰੂ ਹੋ ਜਾਣਗੇ। ਤੁਸੀਂ ਦੇਖਦੇ ਹੋ ਈਵਨ ਗਰੋਸਰੀ ਵੀ ਜਿਹੜੀ ਆ ਉਹ ਇਸ ਵੇਲੇ ਆਲਮੋਸਟ ਡਬਲ ਪ੍ਰਾਈਸ 'ਤੇ ਮਿਲ ਰਹੀ ਆ। ਹੋਮ ਡਿਪੂ ਚਲੇ ਜਾਓ, ਉੱਥੇ ਸਾਰਾ ਕੁਝ ਡਬਲ ਤਾਂ 3 ਗੁਣਾ ਤੱਕ ਵੀ ਕਈ ਜਿਹੜੀਆਂ ਚੀਜ਼ਾਂ ਉਹ ਆਪਾਂ ਨੂੰ ਮਿਲਦੀਆਂ। ਤੇ ਉਸ ਕਰਕੇ ਇਹ ਸਾਰੀ ਜਿਹੜੀ ਮਾਰਕੀਟ ਆ ਉਹਦੇ ਨਾਲ ਘੁੰਮੀ ਆ। ਹੁਣ 2022 'ਚ ਥੋੜ੍ਹਾ ਜਿਹਾ ਮਤਲਬ ਕਹਿ ਸਕਦੇ ਆ ਵੀ ਘਰਾਂ ਦੀ ਮਾਰਕੀਟ ਆ ਉਹ ਸਲੋ ਹੋ ਗਈ ਆ। ਕਿਉਂ? ਰੀਜ਼ਨ ਉਹੀ ਆ ਕਿ ਇੰਟਰਸਟ ਰੇਟ ਬਹੁਤ ਹਾਈ ਲੋਕੀ ਸਮਝਣ ਲੱਗ ਪਏ ਆ। ਇਹ ਪਿਛਲੇ ਲਾ ਲਓ ਵੀ ਕਈ ਸਾਲਾਂ ਦੇ ਜਿਹੜੇ ਇੰਟਰਸਟ ਰੇਟ ਆ ਉਹ ਹਾਈਐਸਟ ਪਹੁੰਚ ਚੁੱਕੇ ਆ। ਕਈ ਲੋਕਾਂ ਨੂੰ ਤਾਂ 8% ਤੱਕ ਵੀ ਇੰਟਰਸਟ ਰੇਟ ਦੇਣਾ ਪਿਆ। ਤੇ ਉਹ ਜਿਹੜਾ ਇਸ ਕਰਕੇ ਘਰਾਂ ਦੀ ਜਿਹੜੀ ਡਿਮਾਂਡ ਆ ਉਹ ਘਟ ਗਈ ਆ। ਡਿਮਾਂਡ ਘਟਣ ਨਾਲ ਤੇ ਜਿਹੜੇ ਬਹੁਤ ਸਾਰੇ ਘਰ ਵੀ ਆ ਈਵਨ ਉਹ ਲੋਕਾਂ ਨੂੰ ਹੋ ਗਿਆ ਵੀ ਛੇਤੀ ਛੇਤੀ ਵੇਚ ਦਿਓ। ਛੇਤੀ ਵੇਚਣ ਨਾਲ ਇਸੇ ਡਰ ਤੋਂ ਕਿ ਕਿਤੇ ਹੋਰ ਨਾ ਥੱਲੇ ਚਲੇ ਜਾਣ, ਇਨਵੈਂਟਰੀ ਜਿਹੜੀ ਸੀਗੀ ਉਹ ਮਾਰਕੀਟ 'ਚ ਬਹੁਤ ਜ਼ਿਆਦਾ ਵੱਧ ਗਈ ਜੀ। ਉਹ ਵਧਣ ਨਾਲ ਹੁਣ ਤੁਸੀਂ ਕਿਤੇ ਵੀ ਚਲ ਜਾਓ, ਕਿਸੇ ਵੀ ਸਟਰੀਟ ਤੇ ਚਲ ਜਾਓ, 2 ਜਾਂ 3 ਘਰ ਆਮ ਤੌਰ ਤੇ ਫੱਟੇ ਲੱਗੇ ਹੁੰਦੇ ਆ, ਫੋਰ ਸੇਲ ਹੁੰਦੇ ਆ ਘਰ। ਤੇ ਉਸ ਕਰਕੇ ਇਹ ਜਿਹੜੀ ਡਿਮਾਂਡ ਆ ਉਹ ਇਸ ਵੇਲੇ ਘਟੀ ਹੋਈ ਆ, ਪਰ ਇਨਵੈਂਟਰੀ ਜਿਹੜੀ ਆ ਉਹ ਬਹੁਤ ਜ਼ਿਆਦਾ ਹੀ ਵੱਧ ਆ। ਉਹਦੇ ਕਰਕੇ ਜਿਹੜੇ ਪ੍ਰਾਈਸ ਆ ਉਹ ਸੁਭਾਵਿਕ ਹੁੰਦਾ ਉਹ ਥੱਲੇ ਚਲੇ ਜਾਂਦੇ ਆ। ਹੁਣ ਤੁਸੀਂ ਗੱਲ ਕੀਤੀ ਆ 2023 ਦੀ, ਹੁਣ ਆਪਾਂ ਆਉਂਦੇ ਆ ਜੀ 2023 ਦੇ। 2023 'ਚ ਦੇਖੋ, ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਕਸਟਮਰ ਨੇ ਜਾਂ ਕਲਾਇੰਟ ਨੇ ਜਾਂ ਕਿਸੇ ਨੇ ਵੀ ਸਾਡੇ ਦਰਸ਼ਕਾਂ 'ਚੋਂ ਘਰ ਲੈਣਾ, ਤੇ ਇਹ ਬੈਸਟ ਟਾਈਮ ਹੈਗਾ ਜੀ। ਇਹ ਨਾ ਸੋਚੋ ਕਿ ਕਦੇ ਵੀ ਨਾ ਸੋਚੋ ਕਿ ਹਾਲੇ ਅਸੀਂ ਵੇਟ ਕਰੀਏ। ਜੇ ਅਸੀਂ ਵੇਟ ਕਰਾਂਗੇ ਤੇ ਜਿਹੜਾ ਵੀ ਘਰ ਦੇ ਪ੍ਰਾਈਸ ਸ਼ਾਇਦ ਹੋਰ ਥੱਲੇ ਆ ਜਾਣ। ਬਹੁਤ ਰੇਅਰ ਚਾਂਸ ਹੁੰਦਾ ਜਿਹੜੇ ਇੰਨੇ ਬੋਟਮ ਲੈਵਲ ਤੇ ਨਹੀਂ ਜਾਣੇ। ਜਿਵੇਂ ਮੈਂ ਜਿੱਥੋਂ ਸ਼ੁਰੂ ਕੀਤੀ ਸੀ ਗੱਲ, 2008 ਵਾਲੀ ਜਿਹੜੀ ਪੋਜੀਸ਼ਨ ਆ ਜਾਂ 2009-10 ਵਾਲੀ ਪੋਜੀਸ਼ਨ ਉਹ ਨਹੀਂ ਹੋਣੀ। ਤੇ ਉਹ ਥੋੜੇ ਬਹੁਤੇ ਹੁਣ ਜੇ ਆਪਾਂ ਐਵਰੇਜ ਗਿਣਦੇ ਆ, ਤਕਰੀਬਨ 10% ਪ੍ਰਾਈਸ ਜਿਹੜਾ ਉਹ ਘਟਿਆ ਟੋਟਲ। 6 ਲੱਖ ਦਾ ਘਰ ਜਿਹੜਾ ਉਹ 540 ਤੱਕ ਕਹਿ ਸਕਦੇ ਆ ਵੀ ਐਵਰੇਜ 'ਚ ਹੋਇਆ। ਤੇ ਉਹ ਹੋਰ ਜ਼ਿਆਦਾ ਘਰਾਂ ਦੀ ਕੀਮਤ ਹਾਲੇ ਨਹੀਂ ਲੱਗਦਾ ਸਾਨੂੰ, ਕਿਉਂਕਿ ਫਿਰ ਵੀ ਡਿਮਾਂਡ ਹੈਗੀ ਆ। ਇਹ ਨਹੀਂ ਕਹਿੰਦੇ, ਮੈਂ ਕਾਫੀ ਘਰ ਸੈੱਲ ਕੀਤੇ ਪਿਛਲੇ ਸਾਲ 'ਚ ਹੀ, ਭਾਵੇਂ ਸਲੋ ਵੀ ਸੀ, ਲੋਕਾਂ ਲਈ ਸਲੋ ਹੋ ਗਿਆ ਸੀ, ਮੈਂ ਫਿਰ ਵੀ ਕਾਫੀ ਜਿਹੜੀ ਪ੍ਰੋਪਰਟੀਜ਼ ਆ ਸੋਲਡ ਕੀਤੀਆਂ। ਤੇ ਉਸ ਹਿਸਾਬ ਨਾਲ ਉਹਦੇ ਮੱਦੇ ਨਜ਼ਰ ਆਪਾਂ ਰੱਖਦੇ ਹੋਏ ਹਾਲੇ ਵੀ ਸਾਨੂੰ ਅੱਜ ਵੀ ਕਾਲਾਂ ਆਈਆਂ, ਤੁਹਾਨੂੰ ਵੀ ਆਉਂਦੀਆਂ ਰਹੀਆਂ ਹੋਣੀਆਂ, ਤੁਸੀਂ ਰੈਲਟਰ ਹੋ, ਇਹ ਕਾਲਾਂ ਹੁੰਦੀਆਂ ਰਹਿੰਦੀਆਂ। 2023 ਵਿੱਚ ਇਹ ਹੈਗਾ ਹੁਣ ਇੱਕ ਆਪਣੇ ਕੋਲ ਪਲਾਨ ਆ, ਸੈਲਰ ਬਾਏ ਡਾਊਨ ਹੈਗੀ ਆ। ਉਹ ਸਾਡੇ ਜਿਹੜੇ ਲੈਂਡਰਸ ਆ ਜਾਂ ਸਾਡੇ ਲੋਨ ਆਫਿਸਰ ਆ, ਉਹ ਬੜਾ ਵਧੀਆ ਇੱਕ ਉਹਨਾਂ ਕੋਲ ਸਿਸਟਮ ਹੈਗਾ। ਜੇ ਸਾਡੇ ਥਰੂ ਤੁਸੀਂ ਹੁੰਦੇ ਹੋ, ਅਸੀਂ ਕੀ ਕਰਦੇ ਆ ਕਿ ਸੈਲਰ ਬਾਏ ਡਾਊਨ ਜਿਹੜਾ ਉਹ ਘਰ ਲੈ ਕੇ ਦਿੰਦੇ ਆ, ਜਿਹਦੇ ਨਾਲ ਇੰਟਰਸਟ ਰੇਟ ਜਿਹੜਾ ਉਹ ਘਟ ਜਾਂਦਾ। ਹੁਣ ਦੋਵੇਂ ਚੀਜ਼ਾਂ ਹੋ ਗਈਆਂ, ਇੰਟਰਸਟ ਰੇਟ ਵੀ ਘਟ ਜੂਗਾ ਤੇ ਉਸ ਦੇ ਨਾਲ ਘਰਾਂ ਦੀ ਕੀਮਤਾਂ ਵੀ ਘੱਟ ਆ। ਆਪਾਂ ਇਹ ਕਹਿ ਸਕਦੇ ਆ ਫਸਟ ਟਾਈਮ ਹੋਮ ਬਾਇਰ ਲਈ ਇਹ ਬੈਸਟ ਟਾਈਮ ਆ ਘਰ ਖਰੀਦਣ ਦਾ, ਤੇ ਉਸ ਕਰਕੇ ਇਹਨਾਂ ਨੂੰ ਖਰੀਦ ਲੈਣਾ ਚਾਹੀਦਾ ਜੀ। ਮੇਰੀ ਸੁਜੈਸ਼ਨ ਹੈ ਜੀ। ਥੋੜਾ ਜਿਹਾ ਹੋਰ ਐਕਸਪਲੇਨ ਕਰੋ ਦਰਸ਼ਕਾਂ ਨੂੰ, ਸੈਲਰ ਬਾਏ ਡਾਊਨ ਪ੍ਰੋਗਰਾਮ ਕਿਸ ਤਰੀਕੇ ਨਾਲ ਵਰਕਆਊਟ ਕਰਦਾ, ਕਿਉਂਕਿ ਕਈ ਵਾਰ ਕੀ ਹੁੰਦਾ ਉਹਨਾਂ ਨੂੰ ਐਗਜ਼ੈਕਟਲੀ ਨਹੀਂ ਪਤਾ ਲੱਗਦਾ ਵੀ ਇਹਦਾ ਸਿਚੁਏਸ਼ਨ ਕੀ ਹੈ, ਕਿਹੜੇ ਹਿਸਾਬ ਨਾਲ ਉਹਨਾਂ ਨੂੰ ਸੈਲਰ ਬਾਏ ਡਾਊਨ ਪ੍ਰੋਗਰਾਮ ਦਾ ਬੈਨੀਫਿਟ ਹੋ ਸਕਦਾ। ਜੀ ਬਿਲਕੁਲ, ਬਹੁਤ ਵਧੀਆ ਸਵਾਲ ਹੈ, ਕਿਉਂਕਿ ਸੈਲਰ ਬਾਏ ਡਾਊਨ ਦਾ ਇਹ ਮਤਲਬ ਆ ਬੈਂਕ ਨੂੰ ਜਿਹੜਾ ਇੰਟਰਸਟ ਰੇਟ ਉਹ ਪਹੁੰਚ ਜਾਂਦਾ ਇਨ ਐਡਵਾਂਸ ਜੀ। ਜੋ ਉਹਨੇ ਬਾਇਰ ਕੋਲੋਂ, ਜਿਹਨੇ ਘਰ ਖਰੀਦਿਆ ਉਹਦੇ ਕੋਲ ਲੈਣਾ ਹੁੰਦਾ ਨਾ, ਉਹ ਸੈਲਰ ਪੇ ਕਰ ਦੇਵੇ ਜੇ। ਤੇ ਉਹ ਜਿਹੜਾ ਉਹ ਜੇ ਫਰਜ਼ ਕੀਤਾ 6 ਲੱਖ ਦਾ ਘਰ ਆ, 15 ਜਾਂ 20 ਹਜ਼ਾਰ ਡਾਲਰ ਜਿੰਨਾ ਵੀ ਬੈਂਕ ਡਿਮਾਂਡ ਕਰੂਗਾ, ਐਵਰੇਜ ਕਹਿੰਦਾ, ਕਿਉਂਕਿ ਮੈਂ ਇਹ ਕੰਮ ਨਹੀਂ ਕਰਦਾ, ਮੈਂ ਸਿਰਫ ਰੀਅਲ ਸਟੇਟ ਦਾ ਕਰਦਾ। ਇਹ ਕੰਮ ਹੁੰਦਾ ਲੋਨ ਆਫਿਸਰ ਦਾ ਜਾਂ ਲੈਂਡਰ ਦਾ, ਉਹਨਾਂ ਨੇ ਦੱਸਣਾ ਹੁੰਦਾ ਕਿ ਬੈਂਕ ਕਿੰਨਾ ਰਿਕੁਆਇਰਡ ਕਰਦਾ।
ਯਾਨੀ ਤੁਸੀਂ ਕਹਿ ਸਕਦੇ 6 ਲੱਖ ਦੇ ਘਰ ਦੇ ਪਿੱਛੇ ਐਵਰੇਜ 15 ਤੋਂ 20 ਹਜ਼ਾਰ ਡਾਲਰ ਜਿਹੜਾ ਉਹ ਸੈਲਰ ਦਊਗਾ, ਨਾ ਕਿ ਬਾਇਰ ਦਊਗਾ। ਅਸੀਂ ਜਿਵੇਂ ਘਰ ਖਰੀਦ ਕੇ ਦੇਣਾ ਕਿਸੇ ਨੂੰ, ਉਹ ਅਸੀਂ ਸੈਲਰ ਕੋਲ ਲੈ ਕੇ ਦੇਣਾ ਆਪਣੇ ਉਹਨਾਂ ਦੇ ਲੈਂਡਰ ਨੂੰ, ਜਿਹੜਾ ਸਾਡੇ ਬਾਇਰ ਦਾ ਲੈਂਡਰ ਹੋਊਗਾ ਉਹਨਾਂ ਨੂੰ ਲੈ ਕੇ ਦੇਣਾ ਹੁੰਦਾ। ਉਹ ਪੈਸੇ ਇੱਕ ਤਰ੍ਹਾਂ ਦੇ ਬੈਂਕ ਨੂੰ ਐਡਵਾਂਸ ਪਹੁੰਚ ਜਾਂਦੇ ਆ ਐਜ਼ ਇੰਟਰਸਟ ਲੈ ਲਓ ਜੀ ਜੀ ਜੀ। ਤੇ ਉਹ ਫਿਰ ਕੀ ਹੁੰਦਾ ਜੀ, ਉਹ 2 ਸਾਲ ਦਾ ਜਾਂ 3 ਸਾਲ ਦਾ ਇੰਟਰਸਟ ਰੇਟ ਜਿਹੜਾ ਉਹ ਜੇ ਫਰਜ਼ ਕੀਤਾ 7% ਇੰਟਰਸਟ ਰੇਟ ਹੈ ਮਿਲ ਰਿਹਾ ਉਹਨੂੰ ਅੱਜ ਦੀ ਡੇਟ 'ਚ ਜੀ। ਤੇ ਜੇ ਉਹ ਸੈਲਰ ਬਾਏ ਡਾਊਨ ਨਾਲ ਚੱਲਦਾ, ਜੇ ਉਹਨੂੰ ਪੈਸੇ ਮਿਲ ਗਏ ਉੱਧਰੋਂ ਸੈਲਰ ਵੱਲੋਂ, ਉਹਦੇ 'ਚ ਕੀ ਹੁੰਦਾ, ਪਹਿਲੇ ਸਾਲ ਉਹਨੂੰ 5% ਲੱਗੂਗਾ ਇੰਟਰਸਟ ਰੇਟ, ਦੂਜੇ ਸਾਲ 6% ਲੱਗੂਗਾ, ਤੀਜੇ ਸਾਲ ਉਹ ਈਵਨ ਹੋ ਜਾਊਗਾ ਜੋ ਉਹਦਾ ਅੱਜ ਦੀ ਡੇਟ 'ਚ ਇੰਟਰਸਟ ਸੀਗਾ ਜਿੱਤੇ ਉਹਨੂੰ ਲੌਕ ਕੀਤਾ ਹੋਇਆ ਜੀ। ਇਹਦੇ 'ਚ ਫਾਇਦਾ ਕੀ ਹੁੰਦਾ ਤੁਹਾਨੂੰ ਇਹ ਵੀ ਦੱਸ ਦਿੰਦਾ, ਸੈਲਰ ਬਾਏ ਡਾਊਨ ਨਾਲ ਇੱਕ ਤੇ ਤੁਹਾਨੂੰ 2-3 ਸਾਲ ਜਿਹੜਾ ਉਹ ਇੰਟਰਸਟ ਰੇਟ ਘਟ ਗਿਆ ਜੀ। ਜਿਹੜੀ ਮਾਰਕੀਟ ਹੁੰਦੀ ਹੈ ਨਾ ਜੀ, ਜੇ ਹੁਣ ਅਮਰੀਕਨ ਗਵਰਨਮੈਂਟ ਨੇ ਫੈਡਰਲ ਨੇ ਜਿਹੜਾ ਇੰਟਰਸਟ ਰੇਟ ਲਾਇਆ, ਇਹ ਜ਼ਰੂਰੀ ਨਹੀਂ ਹੁੰਦਾ ਵੀ ਸਾਰੀ ਉਮਰ ਇਹੋ ਰਹਿਣਾ, ਇਹ ਘਟ ਜਾਂਦਾ, ਇਹ ਫॉर ਦਾ ਟਾਈਮ ਬਿੰਗ ਹੁੰਦਾ, ਥੋੜੇ ਟਾਈਮ ਲਈ ਇਹ ਇੰਟਰਸਟ ਰੇਟ ਲਾਇਆ ਜਾਂਦਾ। ਉਸ ਤੋਂ ਬਾਅਦ ਜਦੋਂ ਇਨਫਲੇਸ਼ਨ ਸੈੱਟ ਹੋ ਜਾਂਦੀ ਹੈ, ਸਾਰਾ ਕੁਝ ਠੀਕ ਹੋ ਜਾਂਦਾ, ਹਾਲਾਤ ਠੀਕ ਹੋ ਜਾਂਦੇ ਆ, ਇਹ ਆਪਣੇ ਇੰਟਰਸਟ ਰੇਟ ਜਿਹੜੇ ਆ ਫਿਰ ਲੋ ਕਰਨੇ ਸ਼ੁਰੂ ਕਰ ਦਿੰਦੇ ਆ। ਕਹਿਣ ਦਾ ਮਤਲਬ ਇਹ ਆ ਕਿ 3 ਸਾਲ ਲਈ ਤੁਸੀਂ ਸੈਲਰ ਬਾਏ ਡਾਊਨ ਨਾਲ ਚੱਲੋ, ਉਸ ਤੋਂ ਬਾਅਦ ਉਹ ਜਦੋਂ ਮਾਰਕੀਟ ਜਿਹੜੀ ਹੋਊਗੀ ਕਰੰਟ, ਉਹਦੇ ਹਿਸਾਬ ਨਾਲ ਉਹ ਜਿਹੜਾ ਇੰਟਰਸਟ ਰੇਟ ਘੱਟ ਹੋਇਆ ਹੋਊਗਾ ਉਦੋਂ ਰੀਫਾਈਨਾਂਸ ਕਰਾ ਲਓ। ਬਿਲਕੁਲ ਬਿਲਕੁਲ। ਤੇ ਉਸ ਕਰਕੇ ਤੇ ਇਹ ਸਭ ਤੋਂ ਵਧੀਆ ਪਲਾਨ ਜਿਹੜੀ ਆ ਉਹ ਇਸ ਵੇਲੇ ਆਹ ਆ। ਤੇ ਜੇ ਸੈਲਰ ਬਾਏ ਡਾਊਨ ਤੁਹਾਨੂੰ ਮਿਲ ਜੇ ਤੁਸੀਂ ਲੱਕੀ ਹੋ। ਸਾਨੂੰ ਇਸ ਗੱਲ ਦਾ ਐਕਸਪੀਰੀਅੰਸ ਆ, ਅਸੀਂ ਕੰਪੈਲ ਕਰਦੇ ਹਾਂ, ਘਰ ਉਹ ਲੈ ਕੇ ਦਿੰਦੇ ਆ ਆਪਣੇ ਬਾਇਰ ਨੂੰ ਜਿੱਥੇ ਜਿਹੜਾ ਸੈਲਰ ਆ ਉਹ ਸੈਲਰ ਬਾਏ ਡਾਊਨ ਲਈ ਰਾਜ਼ੀ ਹੁੰਦਾ ਜੀ ਜੀ। ਇਹ ਇੱਕ ਪਲੱਸ ਪੁਆਇੰਟ ਹੁੰਦਾ ਸਾਡੇ ਬਾਇਰ ਲਈ, ਸਾਡੇ ਕਲਾਇੰਟ ਲਈ। ਬਿਲਕੁਲ। ਕੁਐਸਚਨ ਇੱਕ ਹੋ ਰਹੀ, ਅੱਜ ਦੀ ਡੇਟ ਦੇ ਵਿੱਚ ਜੇ ਕੋਈ ਘਰ ਲੈਂਦਾ ਹੈ, ਜਦੋਂ ਤੁਸੀਂ ਕਹਿ ਰਹੇ ਹੋ ਕਿ ਸੈਲਰ ਬਾਏ ਡਾਊਨ ਪ੍ਰੋਗਰਾਮ ਵੀ ਹੈਗੇ ਨੇ, ਸੋ ਐਸ ਫਾਰ ਐਜ਼ ਸੇਵਿੰਗਸ ਕਿੰਨੇ % ਤੁਹਾਨੂੰ ਲੱਗਦਾ ਕਿ ਅੱਜ ਜਿਹੜੀ ਪ੍ਰਾਈਸਾਂ ਚੱਲ ਰਹੀਆਂ ਘਰਾਂ ਦੀਆਂ, ਕਿੰਨੇ % ਆਮ ਇਨਸਾਨ ਘਰ ਸਸਤਾ ਲੈ ਸਕਦਾ ਕੰਪੇਅਰ ਟੂ ਜਦੋਂ ਇੰਟਰਸਟ ਰੇਟ ਲੋਅਰ ਸੀਗੀ, ਉਦੋਂ ਘਰਾਂ ਦੇ ਪ੍ਰਾਈਸਾਂ ਅਬਵ ਗਈਆਂ ਸੀ? ਦੇਖੋ ਇਹ ਜਿਹੜਾ ਕੈਲਕੂਲੇਸ਼ਨ ਹੈ ਨਾ ਜੀ, ਇਹ ਤੇ ਮੈਂ ਦੱਸਦਾ, ਕੈਲਕੂਲੇਸ਼ਨ ਤਾਂ ਦੱਸਣੀ ਆ ਪਹਿਲੀ ਗੱਲ ਤਾਂ ਜਿਹੜੀ ਐਕੂਰੇਟ ਉਹ ਦੱਸਣੀ ਆ ਲੋਨ ਆਫਿਸਰ ਨੇ, ਸਾਡਾ ਉਹ ਬਿਜ਼ਨਸ ਨਹੀਂ, ਤੇ ਜਾਂ ਲੈਂਡਰ ਨੇ ਦੱਸਣੀ ਹੁੰਦੀ ਹੈ। ਅਸੀਂ ਰੀਅਲ estate ਕਰਦੇ ਹਾਂ, ਅਸੀਂ ਜਿਹੜਾ ਵੀ ਸਾਡਾ ਕਲਾਇੰਟ ਹੁੰਦਾ ਉਹਨਾਂ ਨੂੰ ਅਸੀਂ ਆਪਣੇ ਲੋਨ ਆਫਿਸਰ ਨਾਲ ਬਣਾਉਂਦੇ ਹਾਂ, ਡਾਇਰੈਕਟ ਮਿਲਾ ਦਈਦਾ, ਉਹ ਉਹਨਾਂ ਨੂੰ ਦੱਸਦਾ। ਹਾਂ ਹੁਣ ਆਪਾਂ ਜੇ ਆਪਾਂ ਦੇਸੀ ਤਰੀਕੇ ਨਾਲ ਗੱਲ ਕਰੀਏ, ਫਰਜ਼ ਕੀਤਾ 6 ਲੱਖ ਦਾ ਘਰ ਸੀਗਾ, ਉਦੋਂ ਉਹ ਘਰ ਜਿਹੜਾ ਹੁਣ ਅੱਜ ਦੀ ਡੇਟ 'ਚ ਆਪਾਂ ਕਹਿ ਸਕਦੇ 5.25 ਤੋਂ ਲੈ ਕੇ 5.40 ਤੱਕ ਹੈਗਾ, ਠੀਕ ਆ। ਇੱਕ ਤਾਂ ਦੇਖੋ $75,000 ਪ੍ਰਾਈਸ ਜਿਹੜਾ ਉਹਦਾ ਘਟ ਗਿਆ ਘਰ ਦਾ ਅੱਜ ਦੀ ਡੇਟ 'ਚ, ਤੇ ਜੇ ਇੰਟਰਸਟ ਰੇਟ ਅੱਜ ਵਧਿਆ ਹੋਇਆ ਉਹ ਫੋਰ ਦਾ ਟਾਈਮ ਬੀਇੰਗ ਹੈ, ਉਹ ਫੋਰ ਐਵਰ ਨਹੀਂ ਹੈਗਾ, ਉਹ ਸਾਲ 2 ਸਾਲ 3 ਸਾਲ ਤੱਕ ਹੈਗਾ ਜੀ। ਉਸ ਤੋਂ ਬਾਅਦ ਤੁਸੀਂ ਰੀਫਾਈਨਾਂਸ ਕਰਾ ਲਓਗੇ, ਤੁਹਾਨੂੰ ਜਿਹੜਾ ਇੰਟਰਸਟ ਰੇਟ ਜਿਹੜਾ ਲੱਗਣਾ ਉਹ 5.25 ਤੇ ਲੱਗਣਾ, ਨਾ ਕਿ 6 ਲੱਖ ਤੇ ਲੱਗਣਾ ਜੀ ਜੀ ਜੀ। ਇਹ ਬੜਾ ਵੱਡਾ ਇੱਕ ਪਲੱਸ ਪੁਆਇੰਟ ਆ, ਤੇ ਉਹਦੇ 'ਚ ਮਤਲਬ ਸਾਨੂੰ ਇਹ ਫਾਇਦਾ ਹੋ ਸਕਦਾ। ਮੈਂ ਇਸੇ ਲਈ ਕਹਿੰਦਾ ਘਰ ਖਰੀਦਣ ਲਈ ਇਸ ਵੇਲੇ ਰਾਈਟ ਟਾਈਮ ਆ। ਤੁਸੀਂ ਜੇ ਇੰਟਰਸਟ ਰੇਟ ਵੱਲ ਦੇਖੋਗੇ ਫਿਰ ਤਾਂ ਕਦੇ ਵੀ ਘਰ ਨਹੀਂ ਲੈ ਸਕਦੇ। ਫਿਰ ਤਾਂ ਹਾਂ, ਇਹਦੇ 'ਚ ਇੱਕ ਗੱਲ ਹੋਰ ਆ ਗਈ, ਜੇ ਤੁਸੀਂ ਇਹ ਸੋਚ ਰਹੇ ਹੋ ਵੀ ਇੰਟਰਸਟ ਰੇਟ ਜਦੋਂ ਘਟ ਜਾਊਗਾ ਉਦੋਂ ਘਰ ਲਵਾਂਗੇ, ਤੁਸੀਂ ਇਹ ਕਿਉਂ ਸੋਚਦੇ ਜਦੋਂ ਇੰਟਰਸਟ ਰੇਟ ਘਟੂਗਾ ਉਦੋਂ ਪ੍ਰਾਈਸ ਵੱਧ ਜਾਣਗੇ? ਤੁਹਾਨੂੰ ਤਾਂ ਘਰ ਤੇ ਫਿਰ ਮਹਿੰਗਾ ਮਿਲਿਆ ਨਾ, ਜਿਹੜਾ ਅੱਜ 6 ਲੱਖ ਦਾ ਘਰ 5.25 ਜਾਂ 5.30 ਜਾਂ 5.35 'ਚ ਮਿਲਦਾ, ਉਸ ਤੋਂ ਬਾਅਦ 6 ਲੱਖ ਦਾ ਘਰ ਹੋ ਸਕਦਾ 6.5 'ਚ ਵੀ ਹੋ ਜੇ। ਸਹੀ ਗੱਲ ਤੁਹਾਡੀ। ਤੇ ਉਸ ਕਰਕੇ ਅੱਜ ਮੈਂ ਹਮੇਸ਼ਾ ਇਹ ਕਹਿੰਦਾ ਆਪਣੇ ਫਸਟ ਟਾਈਮ ਬਾਇਰ ਨੂੰ ਕਿ ਜਿਹੜਾ ਤੁਸੀਂ ਘਰ ਜਿਹੜਾ ਲੈਂਦੇ ਹੋ ਉਹ ਕਦੇ ਵੀ ਨਾ ਸੋਚੋ ਕੀ ਪ੍ਰਾਈਸ ਆ, ਕੀ ਇੰਟਰਸਟ ਰੇਟ ਆ, ਉਹ ਲੈ ਲਓ, ਉਹਨਾਂ ਨੂੰ ਲੈ ਲੈਣਾ ਚਾਹੀਦਾ। ਇੱਥੇ ਸਿਸਟਮ ਇਹ ਹੈਗਾ ਰੀਫਾਈਨਾਂਸ ਕਰਾਉਣ ਦਾ, ਰੀਫਾਈਨਾਂਸ ਜਦੋਂ ਮਰਜ਼ੀ ਕਰਾ ਲਓ, ਤੁਹਾਡਾ ਇੰਟਰਸਟ ਰੇਟ ਜਦੋਂ ਇਹ ਘਟਣਾ ਹੀ ਘਟਣਾ, ਇਹ ਕਦੇ ਵੀ ਪਰਮਾਨੈਂਟ ਨਹੀਂ ਰਿਹਾ। ਪੂਰਾ ਤੁਸੀਂ 200 ਸਾਲ ਦਾ ਇਤਿਹਾਸ ਦੇਖ ਲਓ ਭਾਵੇਂ ਅਮਰੀਕਾ ਦਾ, ਇੱਥੇ ਇੰਟਰਸਟ ਰੇਟ ਇੱਕ ਨਹੀਂ ਰਹਿੰਦਾ, ਇਹ ਡਿਪੈਂਡ ਔਨ ਇਨਫਲੇਸ਼ਨ ਹੁੰਦਾ। ਗੌਰਮੈਂਟ ਚਾਹੁੰਦੀ ਹੈ ਕਿ ਹਰ ਬੰਦਾ ਘਰ ਦੇ ਵਿੱਚ ਰਵੇ, ਉਸ ਕਰਕੇ ਉਹਨਾਂ ਦਾ ਇੱਕ ਟਾਰਗੇਟ ਹੁੰਦਾ ਵੀ ਮਿਨੀਮਮ ਜਿਹੜਾ ਇੰਟਰਸਟ ਰੇਟ ਆ ਉਹ ਕਰਨਾ ਹੀ ਕਰਨਾ ਹੁੰਦਾ ਉਹਨਾਂ ਨੇ, ਜਿੰਨਾ ਉਹ ਕਰ ਸਕਦੇ ਆ, ਤੇ ਉਹ ਟਾਈਮ ਟੂ ਟਾਈਮ ਹੁੰਦਾ ਰਹਿੰਦਾ। ਉਸ ਕਰਕੇ ਅਫੋਰਡੇਬਲ ਹੋਮ ਦੇ ਜਿਹੜਾ ਸਿਸਟਮ ਹੈਗਾ ਇਹਨਾਂ ਦਾ, ਤੇ ਉਹਦੇ ਹਿਸਾਬ ਨਾਲ ਇਹ ਇੰਟਰਸਟ ਰੇਟ ਹਮੇਸ਼ਾ ਘਟਾਉਂਦੇ ਆ। ਹੁਣ ਘਰ ਸਸਤੇ ਹੋਏ ਆ, ਘਰ ਖਰੀਦ ਲੈਣਾ ਚਾਹੀਦਾ। ਬਾਅਦ 'ਚ ਜਦੋਂ ਇੰਟਰਸਟ ਰੇਟ ਘਟਣਗੇ ਉਦੋਂ ਘਰਾਂ ਦੀ ਕੀਮਤ ਵੱਧ ਜਾਊਗੀ, ਤੁਹਾਨੂੰ ਫਿਰ ਉਹਦੇ ਵੱਧ ਪੇਮੈਂਟ ਹੋ ਸਕਦੀ ਜੀ। ਅਗਲਾ ਸਵਾਲ ਪ੍ਰੀ ਅਪਰੂਵਲਸ ਬਾਰੇ, ਜਦੋਂ ਆਪ ਨੂੰ ਕੋਈ ਫਸਟ ਟਾਈਮ ਹੋਮ ਬਾਇਰ ਫੋਨ ਕਰਦਾ ਹੈ, ਹਮੇਸ਼ਾ ਉਹਨਾਂ ਦਾ ਕੁਐਸਚਨ ਹੁੰਦਾ ਭਾਜੀ ਮੈਨੂੰ ਪਹਿਲਾਂ ਪ੍ਰੀ ਅਪਰੂਵਲ ਦਵਾ ਦਿਓ, ਜਾਂ ਮੈਨੂੰ ਕਿੱਥੋਂ ਮਿਲੂਗਾ, ਜਾਂ ਮੈਨੂੰ ਪ੍ਰੀ ਅਪਰੂਵਲ ਲੈ ਕੇ ਆਉਣਾ ਪਊਗਾ ਘਰ ਦੇਖਣ ਵਾਸਤੇ, ਜਾਂ ਪ੍ਰੋਸੈਸ ਸ਼ੁਰੂ ਕਿੱਥੋਂ ਕਰਨਾ, ਇਹ ਦੱਸੋ। ਦੇਖੋ ਇਸ ਤਰ੍ਹਾਂ ਹੁੰਦਾ, ਘਰ ਲੈਣ ਲਈ ਆਪਾਂ ਜਿਹੜਾ ਸਭ ਤੋਂ ਜਿਹੜਾ ਜ਼ਰੂਰੀ ਹੈ ਨਾ, ਜੇ ਪ੍ਰੀ ਅਪਰੂਵਲ ਲੈਣਾ
ਸਭ ਤੋਂ ਪਹਿਲਾਂ ਬੈਂਕ ਨੇ ਕੀ ਦੇਖਣਾ, ਆਪਾਂ ਬੈਂਕ ਨੂੰ ਮਿਲਾਉਣਾ, ਅਸੀਂ ਰੀਅਲਟਰ, ਸਾਡੇ ਕੰਟੈਕਟ ਹੁੰਦੇ ਆ ਬੈਂਕ ਨਾਲ ਵੀ, ਲੈਂਡਰ ਨਾਲ, ਲੋਨ ਆਫਿਸਰ ਨਾਲ, ਅਸੀਂ ਉਹਨਾਂ ਨੂੰ ਮਿਲਾਉਣਾ। ਉਹਨਾਂ ਨੇ ਇਹ ਦੇਖਣਾ ਸਭ ਤੋਂ ਪਹਿਲਾ ਕੰਮ ਵੀ ਇਸ ਬੰਦੇ ਦੇ ਕ੍ਰੈਡਿਟ ਕੀ ਹੈ, ਸਕੋਰ ਕੀ ਹੈ, ਉਹਦਾ ਜਿਹੜਾ 2 ਸਾਲਾਂ ਦਾ ਟੈਕਸ ਕਿੰਨਾ ਭਰਿਆ ਹੋਇਆ ਜੀ, ਇਹ ਬੈਂਕ ਨੇ ਦੇਖਣਾ। ਤੇ ਉਸ ਤੋਂ ਬਾਅਦ ਜੇ ਉਹਦੀ ਇਨਕਮ ਕਿੰਨੀ ਆ ਤੇ ਉਹਦੇ ਐਕਸਪੈਂਸਸ ਕਿੰਨੇ ਆ, ਬੈਂਕ ਨੇ ਇਹ ਵੀ ਦੇਖਣਾ। ਇਹ ਨਹੀਂ ਹੈਗਾ ਵੀ ਉਹਦੀ ਬੰਦੇ ਦੀ ਇਨਕਮ $10,000 ਮਹੀਨੇ ਦੀ, ਪਰ ਉਹਦੇ ਤੇ ਕ੍ਰੈਡਿਟ ਕਾਰਡ ਕਿੰਨੇ ਖੜੇ ਆ ਜੀ। ਬੈਂਕ ਨੇ ਵੀ ਦੇਖਣਾ ਵੀ ਉਹਦੀ ਇੰਸਟਾਲਮੈਂਟ ਕਿੰਨੀ ਬਣਦੀ ਆ, ਉਹਨੇ ਕਿੰਨੀਆਂ ਗੱਡੀਆਂ ਲਈਆਂ, ਉਹਦਾ ਕਿੰਨਾ ਖਰਚਾ, ਉਹਦਾ ਹੋਰ ਘਰ ਦਾ ਜਿਹੜਾ ਹੈਗਾ, ਉਹਨੇ ਸਾਰਾ ਕੁਝ ਦੇਖ ਕੇ ਤੇ ਉਹ ਸਾਰਾ ਜਿਹੜਾ ਹੈਗਾ ਉਹ ਕੈਲਕੂਲੇਟ ਕਰਕੇ ਤੇ ਉਹਨੂੰ ਜਿਹੜਾ ਪ੍ਰੀ ਅਪਰੂਵਲ ਆ ਉਸ ਹਿਸਾਬ ਨਾਲ ਦੇਣਾ। ਉਹਦਾ ਕ੍ਰੈਡਿਟ ਚੈੱਕ ਕਰਨਾ, ਉਹਦਾ ਲਾਸਟ ਈਅਰ ਜਿਹੜੇ 2 ਸਾਲ ਦੇ ਟੈਕਸ ਕਿੰਨੇ ਭਰੇ ਆ ਜੀ, ਇਹ ਸਾਰੀਆਂ ਚੀਜ਼ਾਂ ਚੈੱਕ ਕਰਕੇ ਤੇ ਬੈਂਕ ਨੇ ਉਹਨੂੰ ਪ੍ਰੀ ਅਪਰੂਵਲ ਦੇਣੀ ਹੈ। ਠੀਕ ਹੈ ਜੀ। ਸੋ ਯੂਜ਼ਲੀ ਪ੍ਰੀ ਅਪਰੂਵਲ ਤੋਂ ਬਾਅਦ ਹੀ ਤੁਸੀਂ ਘਰ ਦਿਖਾਉਂਦੇ ਹੋ ਜਾਂ ਕਿਹੜੇ ਹਿਸਾਬ ਨਾਲ ਤੁਸੀਂ ਇਨ ਦਾ ਸੈਂਸ ਇਹ ਬਣਦੀ ਹੈ ਜਿੰਨਾ ਚਿਰ ਪ੍ਰੀ ਅਪਰੂਵਲ ਨਹੀਂ ਹੈਗੀ। ਦੇਖੋ ਜਦੋਂ ਵੀ ਆਪਾਂ ਘਰ ਲੈ ਕੇ ਕਿਸੇ ਨੂੰ ਦਿਖਾਉਂਦੇ ਆ ਨਾ, ਉਹਦਾ ਇੱਕ ਬਜਟ ਬਣ ਜਾਂਦਾ ਜੀ। ਬਜਟ ਕੀ ਬਣਦਾ, ਬਜਟ ਹੋਵੇ ਉਹ ਬੈਂਕ ਨੇ ਉਹਦਾ ਲੋਨ ਪ੍ਰੀ ਅਪਰੂਵਲ ਕੀਤਾ ਹੋਵੇ ਵੀ ਇਹ 6 ਲੱਖ ਦਾ ਘਰ ਲੈ ਸਕਦਾ ਜੀ, ਬੰਦਾ ਕਹਿੰਦਾ ਹੋਵੇ ਮੈਨੂੰ 8 ਲੱਖ ਦਾ ਘਰ ਦਿਖਾਓ, ਉਹਦਾ ਫਾਇਦਾ ਕੋਈ ਨਹੀਂ ਨਾ। ਜਾਂ ਤਾਂ ਬੰਦੇ ਕੋਲ $2 ਲੱਖ ਤੋਂ ਵੱਧ ਪ੍ਰੀ ਅਪਰੂਵਲ ਤੋਂ ਵੱਧ ਉਹਦਾ ਬੈਂਕ 'ਚ ਐਕਸਟਰਾ ਪਿਆ, ਉਹਨੇ ਡਾਊਨ ਪੇਮੈਂਟ ਦੇਣੀ ਹੈ। ਉਸ ਤੋਂ ਬਾਅਦ ਜਿਹੜਾ 6 ਲੱਖ ਤੇ ਬੈਂਕ ਨੇ ਮੰਗਣਾ ਜਿਹੜਾ ਉਹ ਵੱਖਰਾ, ਯਾਨੀ ਇੰਨੇ ਪੈਸੇ ਉਹਦੇ ਬੈਂਕ 'ਚ ਜੇ ਤਾਂ ਪਏ ਆ ਠੀਕ ਹੈ ਨਾ, ਫੇਰ ਤੇ ਮਤਲਬ ਉਹ ਲੈ ਸਕਦਾ ਵੱਧ ਕੀਮਤ ਦਾ ਘਰ। ਅਦਰਵਾਈਜ਼ ਉਹਨੂੰ ਉਹਦੇ ਅਕੋਰਡਿੰਗਲੀ ਚੱਲਣਾ। ਜੇ 6 ਲੱਖ ਦੀ ਪ੍ਰੀ ਅਪਰੂਵਲ ਮਿਲੀ ਆ, ਉਹਦੇ ਬੈਂਕ ਨੇ ਦਿੱਤੀ ਆ, ਉਹਦੇ ਹਿਸਾਬ ਨਾਲ ਹੀ ਉਹਨੂੰ ਬਜਟ ਜਿਹੜਾ ਉਹ ਬਣਾਉਣਾ ਪੈਣਾ। ਹੁਣ ਸਾਨੂੰ ਪ੍ਰੀ ਅਪਰੂਵਲ ਇੱਕ ਤਾਂ ਹੋ ਗਿਆ ਉਹਦਾ ਬਜਟ ਦਾ, ਨੰਬਰ 2 ਤੇ ਸਾਨੂੰ ਲੋੜ ਕਿਵੇਂ ਪੈਂਦੀ ਆ, ਜਦੋਂ ਅਸੀਂ ਆਫਰ ਭੇਜਦੇ ਹਾਂ ਦੂਜਾ ਰੀਅਲਟਰ ਨੂੰ ਆਫਰ ਭੇਜਦੇ, ਜਿਹੜੀ ਵੀ ਪ੍ਰਾਪਰਟੀ ਸਾਡੇ ਬਾਇਰ ਨੇ ਪਸੰਦ ਕੀਤੀ ਹੁੰਦੀ ਆ, ਉਹ ਪਹਿਲਾਂ ਮੰਗਦੇ ਆ ਪ੍ਰੀ ਅਪਰੂਵਲ ਨਾਲ ਭੇਜੋ, ਨਾਲ ਬੈਂਕ ਸਟੇਟਮੈਂਟ ਵੀ ਮੰਗਦੇ ਆ ਵੀ ਜੇ ਡਾਊਨ ਪੇਮੈਂਟ ਤੁਸੀਂ ਦੇਣੀ ਆ ਉਹਦੀ ਬੈਂਕ ਸਟੇਟਮੈਂਟ ਤੁਹਾਡੀ ਉਹ ਕੀ ਆ, ਉਹ ਵੀ ਉਹਨਾਂ ਨੇ ਚੈੱਕ ਕਰਨੀ ਆ। ਡਾਊਨ ਪੇਮੈਂਟ ਤੋਂ ਆਪਾਂ ਗੱਲ ਕਰਦੇ ਹਾਂ। ਡਾਊਨ ਪੇਮੈਂਟ ਦੀ ਗੱਲ ਕਰੀਏ, ਡਾਊਨ ਪੇਮੈਂਟ ਨੂੰ ਕਿੱਦਾਂ ਵੈਰੀਫਾਈ ਕਰਦੇ, ਕਿੰਨੇ % ਡਾਊਨ ਪੇਮੈਂਟ, ਕਿੱਦਾਂ ਦਾ ਲੋਨ ਵਾਸਤੇ? ਡਾਊਨ ਪੇਮੈਂਟ ਪਤਾ ਦੇਖੋ, ਜਿਹੜਾ ਉਹਦਾ FHA ਲੋਨ ਆ ਉਹ 3% ਤੇ ਵੀ ਹੋ ਜਾਂਦਾ ਡਾਊਨ ਪੇਮੈਂਟ ਤੇ। ਜੇ 6 ਲੱਖ ਦਾ ਘਰ ਤੁਸੀਂ ਲੈ ਰਹੇ ਹੋ 18,000 ਤੇ ਵੀ ਮਿਲ ਜਾਂਦਾ, 5% ਤੇ ਵੀ ਮਿਲ ਜਾਂਦਾ। ਜੇ ਤੁਹਾਨੂੰ ਥੋੜੀ ਜਿਹੀ ਪ੍ਰੋਬਲਮ ਆਉਂਦੀ FHA ਲੋਨ ਨੂੰ, ਉਹ 5% ਤੇ ਮਿਲ ਜਾਂਦਾ। ਅਦਰਵਾਈਜ਼ ਜਿਹੜਾ ਦੂਜੇ ਲੋਨ ਹੁੰਦੇ ਆ ਰੈਗੂਲਰ ਲੋਨ ਜਿਹੜੇ ਘਰਾਂ ਦੇ, ਤੇ ਉਹ ਤੁਹਾਨੂੰ 10%, 15%, 20% ਤੇ ਵੀ ਡਾਊਨ ਦੇਣਾ ਪੈ ਜਾਂਦਾ ਅਕੋਰਡਿੰਗ ਟੂ। ਜੇ ਤੁਹਾਡਾ ਸਕੋਰ ਥੋੜਾ ਜਿਹਾ ਲੋ ਆ ਤੇ ਤੁਹਾਨੂੰ ਉਨੀ ਹਾਇਰ ਜਿਹੜੀ ਆ ਡਾਊਨ ਪੇਮੈਂਟ ਉਹ ਦੇਣੀ ਪੈਂਦੀ ਹੈ ਜੀ। ਜਦੋਂ ਕੋਈ ਘਰ ਆਪਾਂ ਕੋਈ ਦੇਖਣ ਆਉਂਦਾ ਘਰ, ਆਪਾਂ ਕਿੱਦਾਂ ਦੀ ਚੀਜ਼ਾਂ ਦੇਖਣੀਆਂ ਘਰ ਦੇ ਵਿੱਚ ਐਸ ਫਾਰ ਐਜ਼ ਇੰਸਪੈਕਸ਼ਨ ਵਗੈਰਾ ਪੁੱਛਦੇ ਨੇ ਕਈ ਵਾਰ ਵੀ? ਦੇਖੋ ਘਰ, ਪਹਿਲੀ ਗੱਲ ਤਾਂ ਬਜਟ ਤਾਂ ਸਭ ਤੋਂ ਜ਼ਰੂਰੀ ਹੈ। 6 ਲੱਖ ਦੇ ਘਰ ਤੇ ਆਪਾਂ ਫੇਰ ਤੁਰਦੇ ਹਾਂ। ਸਭ ਤੋਂ ਪਹਿਲਾਂ ਤਾਂ ਇਹ ਦੇਖੋ ਵੀ ਉਹਦੇ 'ਚ ਘਰ 'ਚ ਜ਼ਿਆਦਾ ਤੋੜ ਫੋੜ ਤਾਂ ਨਹੀਂ ਹੋਈ। ਜੇ ਟੁੱਟ ਭੱਜ ਹੋਈ ਆ, ਰੀਅਲਟਰ ਦਾ ਕੰਮ ਆ ਉਹ ਚੈੱਕ ਕਰਨਾ ਕਿ ਪਹਿਲਾਂ ਹੀ ਦੇਖ ਲੈਣਾ ਵੀ ਜਿਹੜਾ ਉਹ ਟੁੱਟ ਭੱਜ ਦਾ ਜ਼ਿੰਮੇਵਾਰ ਸੈਲਰ ਹੋਊਗਾ, ਜਿਹੜਾ ਵੇਚਣ ਵਾਲਾ ਬੰਦਾ ਉਹਦਾ ਖਰਚਾ ਜਿਹੜਾ ਉਹ ਪੂਰਾ ਕਰੂਗਾ ਜੀ। ਉਸ ਤੋਂ ਬਾਅਦ ਇਹਦੇ ਟੁੱਟ ਭੱਜ ਦੀਆਂ ਚੀਜ਼ਾਂ ਹੋਰ ਵੀ ਹੁੰਦੀਆਂ, ਕਈ ਵਾਰ ਦੇਖਣ 'ਚ ਨਹੀਂ ਹੁੰਦੀਆਂ, ਸਾਹਮਣੇ ਨਹੀਂ ਦਿਖਦੀਆਂ। ਉਹਦੇ 'ਚ ਕੀ ਹੁੰਦਾ, ਇੱਥੇ ਕੰਪਨੀਜ਼ ਹੁੰਦੀਆਂ, ਇੰਸਪੈਕਟਰ ਆਉਂਦੇ ਆ, ਇੰਸਪੈਕਸ਼ਨ ਕੰਪਨੀਆਂ ਕਹਿੰਦੇ ਉਹਨਾਂ ਨੂੰ, ਉਹ ਚੈੱਕ ਕਰਦੇ ਆ। ਉਹ ਕਈ ਤਰ੍ਹਾਂ ਦੀਆਂ ਹੁੰਦੀਆਂ, ਉਹਨਾਂ ਨੇ ਰੂਫ ਦੀ ਵੱਖਰੀ ਕਰਨੀ ਹੈ, ਟਰਮਾਈਟ ਜਿਹੜੀ ਇੰਸਪੈਕਸ਼ਨ ਵੱਖਰੀ ਕਰਨੀ ਆ, ਜੋ ਸਾਹਮਣੇ ਟੁੱਟ ਭੱਜ ਆ ਉਹਦੀ ਵੱਖਰੀ ਕਰਨੀ ਹੈ। ਈਵਨ ਜੇ ਤੁਹਾਡਾ ਪਾਣੀ ਦਾ ਸਿਸਟਮ ਵੀ ਠੀਕ ਨਹੀਂ ਚੱਲ ਰਿਹਾ, ਉਹ ਵੀ ਉਹਨੇ ਸਾਰਾ ਚੈੱਕ ਕਰਨਾ। ਇਹ 3-4 ਤਰ੍ਹਾਂ ਦੀਆਂ ਹੁੰਦੀਆਂ ਜਿਹੜੀਆਂ ਇੰਸਪੈਕਸ਼ਨਸ, ਇਹ ਸਾਰੀਆਂ ਦੇਖ ਕੇ ਹਾਂਜੀ ਉਹ ਜਿਹੜਾ ਉਹਦਾ ਜਿਹੜਾ ਪੇ ਕਰਨਾ ਹੁੰਦਾ ਇੰਸਪੈਕਟ ਕਰਾਉਣ ਦਾ, ਉਹ ਬਾਇਰ ਨੇ ਹੀ ਕਰਾਉਣਾ ਹੁੰਦਾ। ਤੇ ਉਹਦੇ ਜੋ ਵੀ ਰਿਪੋਰਟ ਆ ਜਾਂਦੀ ਆ, ਉਹ ਇੱਕ ਰੀਅਲਟਰ ਦੀ ਜ਼ਿੰਮੇਵਾਰੀ ਆ ਵੀ ਦੂਜੇ ਰੀਅਲਟਰ ਨੂੰ ਕਹੇ ਕਿ ਆਪਣੇ ਸੈਲਰ ਨੂੰ ਕਹੋ ਇਹ ਆ ਜਿਹੜੀ ਸਾਨੂੰ ਜਿਹੜੀਆਂ ਸਾਡੀਆਂ ਡਿਫਾਲਟਰ ਆਈਆਂ ਚੀਜ਼ਾਂ, ਇਹਦੀ ਉਹ ਰਿਪੇਅਰ ਕਰਾ ਕੇ ਦੇਵੇ ਜੀ। ਇਸੇ ਕਰਕੇ ਪਹਿਲਾਂ ਵੀ ਆਪਾਂ ਪਿੰਟੂ ਦੀ ਗੱਲ ਕੀਤੀ ਕਿ ਰੀਅਲਟਰ ਨੂੰ ਇਨਵੋਲਵ ਕਰਨਾ ਬਹੁਤ ਇੰਪੋਰਟੈਂਟ ਹੈ। ਕਈ ਵਾਰ ਆਪਾਂ ਰੀਸੈਂਟਲੀ ਆਪਾਂ ਗੱਲ ਕਰਾਂਗੇ ਹੁਣ ਤੋਂ ਬਾਅਦ 'ਚ, ਮੈਂ ਪ੍ਰੋਪਰਟੀ ਵੇਚਣਾ ਜੀ, ਜਿਨ੍ਹਾਂ ਨੇ ਪ੍ਰੋਪਰਟੀ ਲਈ ਸੀ ਉਹਨਾਂ ਨੂੰ ਕੋਈ ਇੰਸਪੈਕਸ਼ਨ ਨਹੀਂ ਕਰਾਈ, ਕੋਈ ਡਾਇਰੈਕਟ ਗਿਆ ਜੀ। ਅੱਜ ਹੁਣ ਪ੍ਰੋਪਰਟੀ ਵੇਚਣ ਦੇ ਇਸ਼ੂ ਆ ਰਹੇ ਨੇ। ਉਹ ਕਿਸ ਤਰ੍ਹਾਂ ਦੀ ਪ੍ਰੋਪਰਟੀ ਸੀਗੀ? ਉਹ ਰੈਜ਼ੀਡੈਂਸ਼ੀਅਲ ਪ੍ਰੋਪਰਟੀ, ਉਹਦੇ 'ਚ 2 ਘਰ ਨੇ ਨਾਲ। ਰੈਜ਼ੀਡੈਂਸ਼ੀਅਲ ਹਾਂਜੀ, ਵਿਦ ਐਗਰੀਕਲਚਰ ਪ੍ਰੋਪਰਟੀ ਜੀ।
ਸੋ ਇਸ਼ੂ ਉਹਦੇ 'ਚ ਇਹ ਆ ਰਿਹਾ ਕਿ ਉਹਨਾਂ ਨੇ ਕੋਈ ਟਰਮਾਈਟ ਰਿਪੋਰਟ ਨਹੀਂ ਪਹਿਲਾਂ ਕਰਾਈ, ਵੈਲ ਇੰਸਪੈਕਸ਼ਨ ਨਹੀਂ ਕਰਾਈ, ਕੋਈ ਵੀ ਫੰਗਸ ਰਿਪੋਰਟ ਕੋਈ ਲਈ ਨਹੀਂ। ਹੁਣ ਜਿਹੜੇ ਪ੍ਰਾਪਰਟੀ ਖਰੀਦ ਰਹੇ ਨੇ ਉਹ ਡੀਟੇਲ ਵਿੱਚ ਸਾਰੀ ਰਿਪੋਰਟਾਂ ਕਢਾ ਰਹੇ ਨੇ ਉਹਦੀਆਂ। ਸੋ ਉੱਥੇ ਉਹਦਾ ਥੋੜਾ ਇਸ਼ੂ ਆਇਆ ਸੀਗਾ ਜੀ। ਬਿਲਕੁਲ ਜੀ। ਇਹ ਤਾਂ ਦੇਖੋ ਕਈ ਵਾਰੀ ਜਿਹੜੇ ਸੈਲਰ ਦਾ ਏਜੰਟ ਹੁੰਦਾ ਨਾ, ਉਹ ਪਹਿਲਾਂ ਹੀ ਉਹ ਜਦੋਂ ਲਿਸਟਿੰਗ ਕਰਦਾ ਉਸ ਘਰ ਨੂੰ, ਉਹ ਪਹਿਲਾਂ ਲਿਖ ਦਿੰਦਾ ਜੀ ਐਜ਼ ਇਜ਼। ਜੇ ਤਾਂ ਉਹਨੇ ਐਜ਼ ਇਜ਼ ਲਿਖਿਆ ਹਾਂਜੀ ਤੇ ਉਹਨੂੰ ਫਿਰ ਕੋਈ ਕਲੇਮ ਨਹੀਂ ਕਰ ਸਕਦਾ, ਦੂਜੀ ਪਾਰਟੀ ਕਲੇਮ ਨਹੀਂ ਕਰ ਸਕਦੀ, ਭਾਵੇਂ ਉਹਨੇ ਇੰਸਪੈਕਸ਼ਨ ਕਰਵਾ ਵੀ ਲਈ ਆ, ਉਹ ਕਲੇਮ ਨਹੀਂ ਕਰ ਸਕਦੀ। ਜੇ ਉਹਨੇ ਐਜ਼ ਇਜ਼ ਨਹੀਂ ਲਿਖਿਆ ਫਿਰ ਉਹਦਾ ਹੱਕ ਬਣਦਾ ਕਿ ਉਹਨੂੰ ਕਹੇ ਵੀ ਇਹ ਠੀਕ ਕਰਾ ਕੇ ਦੇਵੇ। ਜਦੋਂ ਐਜ਼ ਇਜ਼ ਲਿਖਿਆ ਮਤਲਬ ਥੋੜਾ ਧਿਆਨ ਦੇਣ ਦੀ ਜ਼ਰੂਰਤ ਹੈ, ਉਦੋਂ ਧਿਆਨ ਦੇਣ ਦੀ ਬਿਲਕੁਲ ਇਸ਼ੂ ਹੈਗਾ। ਉਹ ਚੈੱਕ ਕਰੇ ਰੀਅਲਟਰ ਕਿ ਇਹਦੇ ਚ ਐਜ਼ ਇਜ਼ ਤਾਂ ਨਹੀਂ ਲਿਖਿਆ ਵੀ ਪ੍ਰਾਪਰਟੀ ਐਜ਼ ਇਜ਼ ਵਿਕ ਰਹੀ ਆ, ਕਿਉਂ ਵਿਕ ਰਹੀ ਹੈ, ਕਿਉਂ ਵਿਕ ਰਹੀ ਆ, ਤੇ ਐਜ਼ ਇਜ਼ ਹੈਗੀ ਆ ਕਿ ਉਹਦੇ ਲਈ ਸਾਨੂੰ ਕੱਲ੍ਹ ਨੂੰ ਪ੍ਰੋਬਲਮ ਨਾ ਆਵੇ ਕਿ ਬਹੁਤ ਜ਼ਿਆਦਾ ਉਹਦੇ ਚ ਨੁਕਸ ਨਿਕਲ ਆਉਣ। ਹੋਰ ਤੁਸੀਂ ਕੀ ਦੱਸਣਾ ਚਾਹੋਗੇ ਨਿਊ ਬਾਇਰਸ ਨੂੰ? ਅਗੇਨ ਹਾਊਸਿੰਗ ਦਾ ਦੇਖਿਆ ਜਾਵੇ 2023 ਦੇ ਵਿੱਚ ਉਹਨਾਂ ਨੂੰ ਹੋਰ ਕਿਹੜੀਆਂ ਚੀਜ਼ਾਂ ਦੇਖਣੀਆਂ ਚਾਹੀਦੀਆਂ ਐਸ ਫਾਰ ਐਸ ਲੋਕੇਸ਼ਨਾਂ ਹੋ ਗਈਆਂ ਜਾਂ ਮੈਂ ਤੁਹਾਨੂੰ ਕੀ ਦੇਖਣਾ ਇੱਕ ਵਧੀਆ ਗੱਲ ਦੱਸਦਾ। ਇਹ ਜਿਹੜਾ ਡੇਟ ਆ ਜਨਵਰੀ ਦੀ ਬਿਗਨਿੰਗ ਆ, ਨਵਾਂ ਸਾਲ ਬਿਗਨਿੰਗ ਆ। ਸਾਡੇ ਬਹੁਤ ਸਾਰੇ ਜਿਹੜੇ ਹੁੰਦੇ ਆ ਕਲਾਇੰਟ, ਉਹ ਸਾਨੂੰ ਕਾਲ ਕਰਦੇ ਆ ਕਿ ਸਾਨੂੰ ਘਰ ਲੈ ਦਿਓ ਜੀ, ਸਾਡਾ 1 ਸਾਲ ਦਾ ਟੈਕਸ ਭਰਿਆ। ਜੀ। ਇਹ ਗੋਲਡਨ ਟਾਈਮ ਆ ਉਹਨਾਂ ਲਈ। 14 ਅਪ੍ਰੈਲ ਤੋਂ ਪਹਿਲਾਂ ਆਪਣਾ ਟੈਕਸ ਜਿਹੜਾ ਉਹ ਪਿਛਲੇ ਸਾਲ ਦਾ ਜਿਹੜਾ ਭਰਨਾ, ਉਹ ਸਾਡੇ ਨਾਲ ਕੰਸਲਟ ਕਰ ਲੈਣ, ਇੱਕ ਸਿਆਣੇ ਰੀਅਲਟਰ ਨਾਲ ਕੰਸਲਟ ਕਰ ਲੈਣ। ਕਈ ਵਾਰੀ ਸਾਡੇ ਬੰਦੇ ਜਿਹੜੇ ਇਸ ਤਰ੍ਹਾਂ ਦੇ ਹੁੰਦੇ ਆ ਕਿ ਉਹ ਜਿਵੇਂ ਬਿਜ਼ਨਸਮੈਨ ਆ, ਉਹ ਪੂਰਾ ਟੈਕਸ ਨਹੀਂ ਭਰਦੇ, ਇਨਕਮ ਟੈਕਸ ਦੀ ਗੱਲ ਕਰਦਾ ਮੈਂ। ਉਹਨਾਂ ਨੂੰ ਜੇ ਤਾਂ ਕਰ ਲੈਣਾ, ਕੋਈ ਵੀ ਪ੍ਰਾਪਰਟੀ ਲੈਣੀ ਹੈ, ਕੋਈ ਵੀ ਚੀਜ਼ ਲੈਣੀ ਹੈ ਨਾ, ਉਹ ਟੈਕਸ ਆਪਣਾ ਵਧੀਆ ਭਰਨ, ਪੂਰਾ ਭਰਨ। ਜਿੰਨੀ ਉਹਨਾਂ ਨੇ ਸੈਲਿੰਗ ਕੀਤੀ ਆ, ਜੋ ਵੀ ਉਹਨਾਂ ਦਾ ਬਣਦਾ, ਗਵਰਨਮੈਂਟ ਦਾ ਹਿੱਸਾ ਬਣਦਾ, ਉਹ ਜ਼ਰੂਰ ਭਰਨ, ਪੂਰੀ ਇਨਕਮ ਦਿਖਾਉਣ। ਇਹ ਗੋਲਡਨ ਟਾਈਮ ਉਹਨਾਂ ਦਾ। ਜੇ ਉਹਨਾਂ ਨੇ ਕੋਈ ਪ੍ਰਾਪਰਟੀ ਲੈਣੀ ਆ, ਕਦੇ ਵੀ ਇਹਦੇ ਵਿੱਚ ਕੋਈ ਚੋਰ ਬਜ਼ਾਰੀ ਨਾ ਕਰਨ, ਹੇਰਾਫੇਰੀ ਨਾ ਕਰਨ, ਕੋਈ ਇਹ ਨਾ ਕਹਿਣ ਵੀ ਚਲੋ ਯਾਰ ਛੱਡ, ਗਵਰਨਮੈਂਟ ਨੂੰ ਕਿਹੜਾ ਪਤਾ ਲੱਗਦਾ, ਜਦੋਂ ਹੋਊਗਾ ਉਦੋਂ ਦੇਖੀ ਜਾਊਗੀ। ਕੋਈ ਲੌਂਗ ਟਰਮ ਇਨਵੈਸਟਮੈਂਟ ਬਣੀ ਉਹਨਾਂ ਦੀ। ਇਹ ਦੇਖੋ ਇੱਥੇ ਅਮਰੀਕਨ ਸਿਸਟਮ 'ਚ ਇਹੀ ਗੱਲ ਆ ਵੀ ਜੇ ਤੁਸੀਂ ਟੈਕਸ ਠੀਕ ਤਰੀਕੇ ਨਾਲ ਭਰਦੇ ਹੋ, ਵਧੀਆ ਤਰੀਕੇ ਨਾਲ ਭਰਦੇ ਹੋ, ਫੁੱਲ ਫਲੈਜ ਭਰਦੇ ਹੋ, ਤੁਸੀਂ ਜੋ ਮਰਜ਼ੀ ਇੱਥੇ ਕਰ ਸਕਦੇ। ਇੱਥੇ ਬੈਂਕ ਨੇ ਤਾਂ ਦੇਖਣਾ ਤੁਹਾਡੀ ਇਨਕਮ ਕਿੰਨੀ ਆ। ਤੇ ਜੇ ਕੋਈ ਇਹਨਾਂ ਨੂੰ ਪ੍ਰੋਬਲਮ ਆਉਂਦੀ ਆ, ਸਾਡੇ ਦਰਸ਼ਕਾਂ ਜੋ ਕਿਸੇ ਨੇ ਘਰ ਲੈਣਾ ਜਾਂ ਇਨਕਮ ਟੈਕਸ ਭਰਨਾ, ਤੇ ਸਾਨੂੰ ਜ਼ਰੂਰ ਪੁੱਛ ਲੈਣ ਵੀ ਘਰ ਲੈਣ ਤੋਂ ਪਹਿਲਾਂ ਇਨਕਮ ਟੈਕਸ ਕਿਸ ਤਰੀਕੇ ਨਾਲ ਅਸੀਂ ਭਰੀਏ, ਬੈਂਕ ਦੀ ਰਿਕੁਆਇਰਮੈਂਟ ਕੀ ਆ। ਇਸ ਵੇਲੇ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਆ ਉਹ ਇਨਕਮ ਟੈਕਸ ਦੀ ਆ। 14 ਅਪ੍ਰੈਲ ਤੋਂ ਪਹਿਲਾਂ ਜਿਹੜਾ ਹੈਗਾ, ਉਹ ਜ਼ਰੂਰ ਕਿਸੇ ਰੀਅਲਟਰ ਨਾਲ ਕੰਸਲਟ ਕਰ ਲੈਣ ਵੀ ਜੇ ਉਹਨਾਂ ਦਾ ਉਹਨੂੰ ਆਪਣਾ ਬਜਟ ਦੱਸਣ, ਉਹਨੂੰ ਆਪਣਾ ਸਾਰਾ ਸਿਸਟਮ ਦੱਸਣ, ਪੇਪਰ ਵਰਕ ਦੱਸਣ ਤੇ ਪਿਛਲੇ ਸਾਡੇ ਇਹ ਆ ਤੇ ਐਤਕੀ ਅਸੀਂ ਕਿਸ ਤਰੀਕੇ ਨਾਲ ਟੈਕਸ ਭਰੀਏ ਤਾਂ ਕਿ ਅਸੀਂ ਪ੍ਰਾਪਰਟੀ ਜਿਹੜੀ ਲੈ ਸਕੀਏ। ਤੁਸੀਂ ਪਹਿਲਾਂ ਮੈਂਸ਼ਨ ਕੀਤਾ, ਇੱਕ ਵਾਰ ਫਿਰ ਦੱਸੋ ਕਿ ਕਿੰਨੇ ਸਾਲ ਦਾ ਟੈਕਸ ਰეკਮੈਂਡ? 2 ਸਾਲ ਦਾ ਟੈਕਸ ਦੇਖਦੇ ਆ ਜਿਹੜੇ ਬੈਂਕ ਆ, ਉਹ 2 ਸਾਲ ਦਾ ਟੈਕਸ ਦੇਖਦੇ ਆ ਇਹਦੇ ਵਿੱਚ, ਤੇ 2 ਮਹੀਨੇ ਦੀ ਬੈਂਕ ਬੈਲੈਂਸ ਦੇਖਦਾ ਜਿਹੜਾ ਤੁਸੀਂ ਡਾਊਨ ਪੇਮੈਂਟ ਦੇਣਾ। ਠੀਕ ਹੈ, ਉਹ ਵੀ ਜ਼ਰੂਰੀ ਹੈ। ਹੋਰ ਕੀ ਦੱਸਣਾ ਚਾਹੋਗੇ ਘਰਾਂ ਦੇ ਬਾਰੇ? ਅਗੇਨ ਹਾਊਸਿੰਗ ਮਾਰਕੀਟ ਅੱਜ ਕੱਲ ਜਿਹੜੇ ਨਵੇਂ ਘਰ ਆ ਨਾ ਜੀ, ਉਹਨਾਂ ਨੂੰ ਵੀ ਬੜਾ ਇੱਕ ਲਾ ਲਓ ਵੀ ਸੇਲ ਹੀ ਕੱਢੀ ਹੋਈ ਆ ਨਵੇਂ ਘਰ, ਕਿਉਂਕਿ ਉਹ ਰਿਸਕ ਨਹੀਂ ਲੈਣਾ ਚਾਹੁੰਦੇ। ਉਹਨਾਂ ਨੇ ਵੀ ਜਿਹੜੀਆਂ ਕੀਮਤਾਂ ਆਪਣੀਆਂ ਕਾਫੀ ਘਟਾਈਆਂ ਹੋਈਆਂ। ਬਿਲਡਰ ਬਾਰੇ ਗੱਲ ਕਰੋ। ਬਿਲਡਰ ਦੀ ਗੱਲ ਕਰ ਰਿਹਾ ਮੈਂ। ਨਵੇਂ ਜਿਹੜੇ ਘਰ ਬਣਾਉਂਦੇ ਆ, ਉਹਨਾਂ ਨੇ ਵੀ ਆਪਣੀ ਕੀਮਤਾਂ ਕਾਫੀ ਘਟਾ ਦਿੱਤੀਆਂ। ਉਹਨਾਂ ਨੇ ਕਾਫੀ ਹੋਰ ਵੀ ਜਿਹੜੀਆਂ ਫੈਸਿਲਿਟੀਜ਼ ਆ ਉਹ ਦਿੱਤੀਆਂ ਨਿਊ ਬਾਇਰ ਨੂੰ। ਪਰ ਮੈਂ ਤੁਹਾਨੂੰ ਇੱਥੇ ਇਹ ਗੱਲ ਕਲੀਅਰ ਕਰ ਦੇਣਾ ਚਾਹੁੰਦਾ, ਜਦੋਂ ਵੀ ਤੁਸੀਂ ਨਵਾਂ ਘਰ ਲੈਣ ਚਾਹੁੰਦੇ ਹੋ, ਨਵੇਂ ਘਰ ਲੈਣ ਲਈ ਸਿੱਧਾ ਕਦੇ ਵੀ ਨਾ ਜਾਓ। ਜੇ ਤੁਸੀਂ ਰੀਅਲਟਰ ਨੂੰ ਨਹੀਂ ਲੈ ਕੇ ਗਏ ਤੇ ਸਿੱਧੇ ਚਲੇ ਗਏ, ਉਹਨਾਂ ਨੇ ਤੁਹਾਨੂੰ ਕਦੇ ਵੀ ਦੁਬਾਰਾ ਇਹ ਨਹੀਂ ਕਹਿਣਾ ਵੀ ਤੁਸੀਂ ਕਹੋਗੇ ਵੀ ਸਾਡਾ ਰੀਅਲਟਰ ਹੈਗਾ ਜੀ, ਉੱਥੇ ਜਾ ਕੇ ਕਹੋਗੇ, ਉਹਨਾਂ ਨੇ ਮੰਨਣਾ ਨਹੀਂ। ਫਸਟ ਵਿਜ਼ਿਟ ਤੇ ਰੀਅਲਟਰ ਦਾ ਜਾਣਾ ਬਹੁਤ ਜ਼ਰੂਰੀ ਆ। ਜੇ ਤੁਸੀਂ ਕਿਸੇ ਬਿਲਡਰ ਕੋਲ ਜਾਂ ਨਵੇਂ ਘਰ ਲੈਣ ਨੂੰ ਜਾਂਦੇ ਹੋ ਤੇ ਉੱਥੇ ਫਸਟ ਵਿਜ਼ਿਟ ਤੇ ਤੁਹਾਡਾ ਰੀਅਲਟਰ ਦਾ ਨਾਲ ਹੋਣਾ ਜ਼ਰੂਰੀ ਆ। ਉਹ ਆਪਣੇ ਉੱਥੇ ਫਾਰਮ ਭਰ ਕੇ ਆਉਂਦਾ। ਦੇਖੋ, ਰੀਅਲਟਰ ਨੇ ਤੁਹਾਡੇ ਕੋਲ ਬਾਇਰ ਤੋਂ ਕੁਛ ਨਹੀਂ ਲੈਣਾ, ਕੋਈ ਕਮਿਸ਼ਨ ਨਹੀਂ ਲੈਂਦੇ। ਅਮਰੀਕਾ ਸਿਸਟਮ ਇਸ ਤਰ੍ਹਾਂ ਦਾ, ਇੱਥੇ ਸਿਰਫ ਜਿਹੜਾ ਸੈਲਰ ਹੁੰਦਾ ਉਹ ਕਮਿਸ਼ਨ ਦਿੰਦਾ ਰੀਅਲਟਰ ਨੂੰ। ਬਾਇਰ ਕਦੇ ਵੀ ਕੋਈ ਪੇ ਨਹੀਂ ਕਰਦਾ ਕਮਿਸ਼ਨ। ਉਸ ਕਰਕੇ ਮੈਂ ਇਹ ਕਹਿਣਾ ਚਾਹੂੰਗਾ ਆਪਣੇ ਦਰਸ਼ਕਾਂ ਨੂੰ ਕਿ ਜਿਹੜਾ ਰੀਅਲਟਰ ਇਹ ਬਹੁਤ ਜ਼ਰੂਰੀ ਆ, ਇੱਕ ਕਲਾਇੰਟ ਦੇ ਨਾਲ ਹੋਣਾ, ਬਾਇਰ ਦੇ ਨਾਲ ਹੋਣਾ, ਕਿਉਂਕਿ ਇਹਨਾਂ ਤੋਂ ਫ੍ਰੀ ਸਰਵਿਸ ਦੇਣੀ ਤੁਹਾਨੂੰ, ਤੁਹਾਡੇ ਕੋਲ ਲੈਣਾ ਕੁਛ ਨਹੀਂ। ਬਹੁਤ ਸਾਰੇ ਇਸ ਤਰ੍ਹਾਂ ਦੇ
ਪੇਪਰ ਵਰਕਸ ਹੁੰਦਾ, ਕੋਈ ਬਹੁਤ ਸਾਰੇ ਡਿਸਕਲੋਜ਼ਰਸ ਹੁੰਦੇ ਆ ਜਿਹੜੇ ਰੀਅਲਟਰ ਨੂੰ ਪਤਾ ਹੁੰਦਾ। ਜੇ ਤੁਸੀਂ ਡਾਇਰੈਕਟ ਚਲੇ ਜਾਂਦੇ ਹੋ, ਉਹਨਾਂ ਨੇ ਤੁਹਾਨੂੰ ਪਤਾ ਨਹੀਂ ਕਿਹੜੇ ਪੇਪਰ ਤੇ ਸਾਈਨ ਕਰਾ ਲੈਣੇ ਆ, ਤੁਹਾਨੂੰ ਦੱਸਣਾ ਵੀ ਕੁਝ ਨਹੀਂ। ਉਸ ਕਰਕੇ ਇੱਕ ਰੀਅਲਟਰ ਦਾ ਹੋਣਾ ਬਹੁਤ ਜ਼ਰੂਰੀ ਆ, ਖਾਸ ਕਰਕੇ ਨਵੇਂ ਘਰ 'ਚ ਜਿਹੜਾ ਉਹ ਫਸਟ ਵਿਜ਼ਿਟ ਤੇ। ਇਸ ਕਰਕੇ ਰੀਅਲਟਰ ਨੂੰ ਜ਼ਰੂਰ ਲੱਗੇ। ਬਿਲਕੁਲ ਬਿਲਕੁਲ। ਇੱਕ ਸਿਚੁਏਸ਼ਨ ਇਹਦੇ 'ਤੇ ਆਈ ਸੀ, ਮੈਨੂੰ ਮੈਂਟੀਕਾ ਤੋਂ ਫੋਨ ਆਇਆ ਥੋੜ੍ਹੇ ਦਿਨ ਪਹਿਲਾਂ ਕਿ ਅਸੀਂ ਘਰ ਬੁੱਕ ਕਰਾਇਆ ਸੀਗਾ ਨਵਾਂ, ਤੇ ਹੁਣ ਇਸ ਟਾਈਮ ਉਹ ਬਿਲਡਰ ਨਾਲ ਉਹਨਾਂ ਦਾ ਇਸ਼ੂ ਚੱਲ ਰਿਹਾ ਜੀ ਕੋਈ ਲੋਨ ਦਾ, ਤੇ ਮੈਨੂੰ ਫੋਨ ਆਇਆ ਕਿ ਦੇਖੋ ਕੀ ਹੋ ਸਕਦਾ ਹੈ, ਕਿਹੜੇ ਹਿਸਾਬ ਨਾਲ ਲੋਨ ਦਾ ਪ੍ਰੋਸੈਸ ਜਾਂ ਕਿੱਦਾਂ ਅਸੀਂ ਵਾਪਸ ਬੈਕਅਪ ਹੋ ਸਕਦੇ ਹਾਂ। ਹੁਣ ਸਿਚੁਏਸ਼ਨ ਉਹੀ ਆ ਗਈ ਤੁਸੀਂ ਜਿਹੜਾ ਕਿਹਾ ਸੀਗਾ, ਟੂ ਲੇਟ। ਪਹਿਲਾਂ ਇਨਵੋਲਵ ਕਰਨਾ ਚਾਹੀਦਾ ਸੀਗਾ, ਇਨਵੋਲਵ ਨਹੀਂ ਕੀਤਾ। ਹੁਣ ਉਹਨਾਂ ਦਾ ਸਿਚੁਏਸ਼ਨ ਅਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਹਰ ਬਿਲਡਰ ਦਾ ਆਪਣਾ ਸਿਸਟਮ ਹੁੰਦਾ, ਆਪਣਾ ਕੰਮ ਕਰਨ ਦਾ ਤਰੀਕਾ ਹੁੰਦਾ, ਅਸੀਂ ਵਿੱਚ ਇੰਟਰਫੇਅਰ ਨਹੀਂ ਕਰ ਸਕਦੇ। ਬਿਲਕੁਲ। ਈਵਨ ਦੂਜੀ ਵਿਜ਼ਿਟ ਤੇ ਵੀ ਜਾ ਸਕਦੇ ਜੀ, ਸਿਰਫ ਪਹਿਲੀ ਵਿਜ਼ਿਟ ਤੇ ਆਪਣੇ ਕਲਾਇੰਟ ਨਾਲ ਜਾ ਸਕਦੇ ਹਾਂ, ਨੈਵਰ ਆਫਟਰ ਦੈਟ। ਨੈਗੋਸ਼ੀਏਸ਼ਨ ਦੀ ਗੱਲ ਤੁਸੀਂ ਕਰ ਰਹੇ ਸੀ, ਨੈਗੋਸ਼ੀਏਸ਼ਨ ਇੱਥੋਂ ਤੱਕ ਵੀ ਹੁਣ ਇਸ ਟਾਈਮ 2023, ਮੈਂ 2022 ਦੀ ਗੱਲ ਕਰੂੰਗਾ ਜੀ। ਨਵੇਂ ਘਰਾਂ ਜਿਹੜੇ ਨਵੇਂ ਬਿਲਡਰ ਨੇ ਨਾ, ਉਹਨਾਂ ਦੀ ਨੈਗੋਸ਼ੀਏਸ਼ਨ ਇੱਥੋਂ ਤੱਕ ਵੀ ਜਾ ਰਹੀ ਹੈ। ਤੁਸੀਂ ਸਹੀ ਤਰੀਕੇ ਨਾਲ ਨੈਗੋਸ਼ੀਏਟ ਕਰੋ। ਤੁਸੀਂ ਈਵਨ ਰੈਫਰੀਜਰੇਟਰ, ਲਾਂਡਰੀ ਵੀ ਨੈਗੋਸ਼ੀਏਟ ਕਰ ਸਕਦੇ ਹੋ। ਬ੍ਰੈਂਡ ਨਿਊ ਲਾਂਡਰੀ ਰੈਫਰੀਜਰੇਟਰ ਲਾ ਕੇ ਦਿੰਦੇ ਨੇ, ਇੱਥੋਂ ਤੱਕ ਵੀ ਨੈਗੋਸ਼ੀਏਸ਼ਨ ਹੋਣੀਆਂ ਨੇ। ਪਰ ਐਜ਼ ਅ ਸਟ੍ਰੇਟ ਜੇ ਕੋਈ ਹੋਮ ਬਾਇਰ ਜਾਂਦਾ ਹੈ, ਇਹ ਨਹੀਂ ਨੈਗੋਸ਼ੀਏਸ਼ਨ ਹੈ। ਮੈਂ ਹੋਰ ਵੀ ਗੱਲ ਦੱਸਦਾ, ਕਿਉਂਕਿ ਜਦੋਂ ਆਪਾਂ ਨਵਾਂ ਘਰ ਲੈਣ ਜਾਂਦੇ ਆ ਨਾ, ਉਹ ਸਬਜ਼ ਬਾਗ ਬਹੁਤ ਹੁੰਦੇ ਆ। ਬਿਲਕੁਲ 5-6 ਮਾਡਲ ਲਾਏ ਹੁੰਦੇ ਉਹਨਾਂ ਨੇ, ਉਹਦੇ ਵਿੱਚ ਫੁੱਲੀ ਅਪਗ੍ਰੇਡਡ ਹੁੰਦਾ। ਪਰ ਜਦੋਂ ਤੁਸੀਂ ਘਰ ਬੁੱਕ ਕਰਾਉਂਦੇ ਹੋ, ਆਮ ਲੋਕਾਂ ਨੂੰ ਪਤਾ ਨਹੀਂ ਹੁੰਦਾ ਵੀ ਸਾਨੂੰ ਜਿਹੜਾ ਘਰ ਆ ਵੀ ਉਹ ਸਾਨੂੰ ਕਿਸ ਤਰ੍ਹਾਂ ਦਾ ਮਿਲਣਾ, ਵੀ ਜਿਹੜੇ ਉਹਨਾਂ ਦੇ ਦਿਮਾਗ 'ਚ ਉਹ ਨਕਸ਼ਾ ਹੁੰਦਾ ਵੀ ਜੋ ਘਰ ਦੇ ਅਸੀਂ ਦੇਖ ਲਿਆ, ਸਾਨੂੰ ਇਹੋ ਘਰ ਮਿਲਣਾ, ਸੇਮ ਲਾਈਕ ਦੈਟ ਮਿਲਣਾ। ਇਹ ਸੁਣਨ ਵਾਲੀ ਗੱਲ ਹੈ, ਦੱਸਿਆ ਵੈਰੀ ਇੰਪੋਰਟੈਂਟ ਹੈ, ਕਿਉਂਕਿ ਦੇਖ ਲੈਂਦੇ ਕੁਝ ਹੋਰ ਮਿਲਦਾ ਕੁਝ ਹੋਰ ਹੈ। ਬਿਲਕੁਲ ਨਹੀਂ, ਇਹ ਇੱਕ ਸਿਸਟਮ ਇੱਥੋਂ ਦਾ, ਆਪਾਂ ਇਹ ਕਹਿ ਨਹੀਂ ਸਕਦੇ ਵੀ ਕਿਉਂ ਕਰਦੇ ਹੋ, ਉਹ ਸਿਸਟਮ ਹੀ ਇਹ ਹੈ। ਉਹ ਫਿਰ ਬਾਅਦ 'ਚ ਜਾ ਕੇ ਦੱਸਦੇ ਆ ਵੀ ਤੁਸੀਂ ਜੇ ਸੇਮ ਲਾਈਕ ਦੈਟ ਅਪਗ੍ਰੇਡਡ ਕਰਾਉਣਾ, ਉਹਦੇ ਐਕਸਟਰਾ ਪੈਸੇ ਲੱਗਣਗੇ। ਜੇ ਤੁਸੀਂ ਏਜੰਟ ਨੂੰ ਲੈਂਦੇ ਹੋ ਨਾਲ, ਤੇ ਏਜੰਟ ਤੁਹਾਨੂੰ ਕੁਛ ਨਾ ਕੁਛ ਨੈਗੋਸ਼ੀਏਸ਼ਨ ਉੱਥੇ ਕਰਾ ਦਿੰਦਾ ਵੀ ਚਲੋ ਘੱਟੋ ਘੱਟ ਅਪਗ੍ਰੇਡ ਸਾਨੂੰ ਦੇ ਦਿਓ। ਉਹ ਅਸੀਂ ਕਹਿ ਸਕਦੇ ਹਾਂ, ਜਿਹੜੇ ਬਾਇਰ ਦਾ ਰੀਅਲਟਰ ਉਹਦੇ ਕੋਲ ਰਾਈਟਸ ਹੈਗੇ ਆ ਵੀ ਕਹਿ ਸਕਦਾ ਵੀ ਦੇਣਾ ਦੇ ਦਿਓ, ਨਹੀਂ ਤਾਂ ਹੀ ਚੱਲੇ। ਅਸੀਂ ਦੂਜੀ ਕਹਿੰਦੇ ਨਹੀਂ ਹੁੰਦੇ ਆਪਾਂ ਵੀ ਰੇਟ ਘੱਟ ਕਰਨ ਵਾਲੇ ਤਾਂ ਦੂਜੀ ਦੁਕਾਨ ਤੇ ਚੱਲੇ। ਹੋਰ ਬਿਲਡਰ ਕਿੰਨੇ, ਇਹ ਸਿਰਫ ਆਪਣੇ ਰੀਅਲਟਰ ਹੀ ਹੈ ਜਿਹੜਾ ਇਹ ਕੰਮ ਕਰ ਸਕਦਾ। ਉਸ ਕਰਕੇ ਰੀਅਲਟਰ ਨੂੰ ਹਮੇਸ਼ਾ ਨਾਲ ਰੱਖੋ, ਤੁਹਾਡਾ ਫਾਇਦਾ ਹੀ ਕਰੂਗਾ। ਕੁਛ ਨਾ ਦੇਣਾ ਕੁਛ ਨਹੀਂ, ਤੁਸੀਂ ਕੁਛ ਨਹੀਂ ਦੇਣਾ, ਬਾਇਰ ਨੇ ਕੁਛ ਨਹੀਂ ਦੇਣਾ ਖਰੀਦਣ ਵਾਲਿਆਂ ਨੇ। ਉਸ ਕਰਕੇ ਤੁਸੀਂ ਸਰਵਿਸ ਲੈਣ ਲਈ ਇੱਕ ਚੰਗਾ ਰੀਅਲਟਰ ਜਿਹੜਾ ਵਧੀਆ ਰੀਅਲਟਰ ਜਿਹਨੂੰ ਨੌਲੇਜ ਹੋਵੇ, ਜਿਹੜਾ ਉਸ ਇੰਡਸਟਰੀ 'ਚ ਇਨਵੋਲਵ ਹੋਏ, ਕਿ ਤੁਸੀਂ ਤੁਹਾਨੂੰ 18-20 ਸਾਲ ਹੋ ਗਏ, ਤੁਹਾਨੂੰ ਹਾਊਸਿੰਗ ਇੰਡਸਟਰੀ ਬਾਰੇ ਸਾਰਾ ਪਤਾ। ਜੀ। ਸੋ ਮੈਂ ਰეკਮੈਂਡ ਕਰੂੰਗਾ ਵੀ ਜੇ ਕਿਸੇ ਨੇ ਕਰਨਾ। ਤੇ ਦੂਜਾ ਅਮਨ ਜੀ, ਅੱਜ ਕੱਲ੍ਹ ਬਿਜ਼ਨਸ ਮਾਰਕੀਟ ਕਿਹੜੇ ਪਾਸੇ ਜਾ ਰਹੀ ਹੈ? ਕਮਰਸ਼ੀਅਲ ਮਾਰਕੀਟ ਦੇ ਬਾਰੇ ਦੇਖੀਏ, ਅਗੇਨ ਜਿਹੜੇ ਵਧੀਆ ਆਲਰੇਡੀ ਪਏ ਹੋਏ ਨੇ ਪਹਿਲਾਂ ਮਾਰਕੀਟ ਵਿੱਚ, ਜਿਹਨਾਂ ਨੂੰ ਪਤਾ ਹੈ ਵੀ ਕਿਸ ਤਰੀਕੇ ਦੀ ਮਾਰਕੀਟ ਬਾਏ ਕਰਨੀ ਹੈ, ਕਿੰਨੇ % ਤੇ ਬਾਏ ਕਰਨੀ ਹੈ, ਉਹਨਾਂ ਵਾਸਤੇ ਠੀਕ ਹੈ। ਪਰ ਨਵੇਂ ਜਿਹੜੇ ਹੈਗੇ ਨੇ ਇਸ ਟਾਈਮ ਇੰਡਸਟਰੀਜ਼ ਪੈ ਰਹੇ ਆ, ਥੋੜ੍ਹਾ ਜਿਹਾ ਉਹਨੂੰ ਦੇਖਣਾ ਪੈਣਾ ਹੈ ਕਿ ਕਿੱਥੇ ਕਿੰਨੇ % ਕੈਪ ਰੇਟ ਲੈਣਾ ਆਪਾਂ। ਹੁਣ ਰੀਸੈਂਟਲੀ ਮੈਂ ਇੱਕ ਟੈਕਸਸ ਪ੍ਰੋਪਰਟੀ ਵੇਚ ਰਿਹਾ ਜੀ, ਟੈਕਸਸ ਦੇ ਵਿੱਚ 8% ਕੈਪ ਰੇਟ ਚੱਲ ਰਿਹਾ ਸ਼ਾਪਿੰਗ ਸੈਂਟਰ ਦਾ, ਪਰ ਦੇਖਣ ਨੂੰ ਬਹੁਤ ਵਧੀਆ ਲੱਗ ਰਿਹਾ, ਸੋਹਣੀ ਬਿਲਡਿੰਗ, ਕੈਪ ਰੇਟ ਵਧੀਆ, $160,000 ਇਨਕਮ ਆ ਰਹੀ। ਪਰ ਜੋ ਸਾਰੇ ਨੰਬਰਸ ਪੁੱਟ ਟੂਗੇਦਰ ਕਰੀਦੇ ਉਹਦੇ, ਹੁਣ ਆਪਾਂ ਦੇਖੀਏ ਓਵਰਹੈਡ ਜ਼ਿਆਦਾ ਹੈ, ਲੀਜ਼ ਨਹੀਂ ਵਧੀਆ, ਟੈਨੈਂਟ ਨਹੀਂ ਵਧੀਆ, ਟੈਨੈਂਟ ਮਾੜੇ ਨੇ, ਕੋਈ 2 ਸਾਲ ਨੂੰ ਜਾਣ ਵਾਲਾ, ਕੋਈ 4 ਸਾਲ ਨੂੰ ਜਾਣ ਵਾਲਾ, ਇਹ ਚੀਜ਼ਾਂ ਨੇ। ਹੁਣ ਕੈਲੀਫੋਰਨੀਆ 'ਚ ਜਿਹੜਾ ਕੈਪ ਰੇਟ ਉਹ 6, 6.5, ਈਵਨ 5.5 ਤੱਕ ਵੀ ਜਾ ਰਿਹਾ, ਪਰ ਵੈਰੀ ਸਿਕਿਉਰ। ਉਹ ਕੋਰਪੋਰੇਟ ਟੈਨੈਂਟ ਨੇ, ਉਹਨਾਂ ਨੇ ਅਗਲੇ 5-5, 10-10 ਸਾਲ ਕਿਤੇ ਜਾਣਾ ਨਹੀਂ, ਉਹ ਤੋਂ ਬਾਅਦ ਨੈਗੋਸ਼ੀਏਸ਼ਨ ਹੈ। ਆਲਸੋ ਕੀ ਹੋ ਰਿਹਾ ਜੀ, ਉਹਨਾਂ ਕੋਲ ਜਿਹੜੀਆਂ ਲੀਜ਼ਾਂ ਨੇ ਉਹ ਬੈਕਡ ਬਾਈ ਕੋਰਪੋਰੇਟ ਟੈਨੈਂਟ, ਕੱਲ੍ਹ ਨੂੰ ਜੇ ਜਾਂਦੇ ਵੀ ਉਹ, ਪਰ ਉਹ ਫੁੱਲ ਲੀਜ਼ ਅਮਾਊਂਟ ਦੇ ਕੇ ਜਾਣਗੇ। ਇਹ ਬਹੁਤ ਇੰਪੋਰਟੈਂਟ ਚੀਜ਼ ਦੇਖਣ ਵਾਲੀ ਹੈ। ਸੋ ਮੈਂ ਇਹੀ ਕਹੂੰਗਾ, ਜਿਹੜੇ ਪੁਰਾਣੇ ਬਾਇਰ ਹੈਗੇ ਨੇ, ਬਾਇਰਸ, ਇਨਵੈਸਟਰ, ਉਹਨਾਂ ਨੂੰ ਚੀਜ਼ਾਂ ਬਾਰੇ ਪਤਾ ਹੈ ਜੀ। ਨਵੇਂ ਬੰਦੇ ਕਹਿ ਰਹੇ, ਦੇਖ ਰਹੇ ਕਿ 6.5% ਕੈਪ ਰੇਟ ਹੈ, ਪਰ 7 ਹੋਊਗਾ ਫਿਰ ਲਵਾਂਗੇ, 8 ਹੋਊਗਾ ਫਿਰ ਲਵਾਂਗੇ। ਇਹ ਗੱਲ ਨਹੀਂ ਜੀ, ਦੇਖਣ ਵਾਲੀ ਗੱਲ ਇਹਦੀ ਹਿਸਟਰੀ ਕੀ ਹੈ, ਉਹਦੇ ਵਿੱਚ ਹੈ ਕੀ ਹੈ ਜੀ, ਮਾਰਕੀਟ ਕੀ ਕਹਿ ਰਹੀ ਹੈ, ਇਹ ਚੀਜ਼ਾਂ ਨਹੀਂ ਇੰਪੋਰਟੈਂਟ ਐਸ ਫਾਰ ਕਮਰਸ਼ੀਅਲ। ਤੇ ਗੱਲ ਕਰੀ ਐਸ ਫਾਰ ਹੁਣ ਰੀਸੈਂਟਲੀ, ਅੱਜ ਤੋਂ 4 ਹਫ਼ਤੇ ਪਹਿਲਾਂ ਮੇਰੀ ਇੱਕ ਡੀਲ ਡਰੋਪ ਹੋਈ ਇਨ ਸੈਕਰਾਮੈਂਟੋ। ਰੀਜ਼ਨ ਇਹ ਸੀਗਾ, ਉੱਥੇ ਮੈਨੂੰ ਲੱਗਾ ਕਿ ਮੈਨੂੰ ਇਹ ਕੈਂਸਲ ਕਰਨੀ ਚਾਹੀਦੀ ਹੈ ਆਪਦੇ ਕਲਾਇੰਟ ਵਾਸਤੇ। ਆਮ ਤੌਰ ਤੇ ਰੀਅਲਟਰ ਕੈਂਸਲ ਨਹੀਂ ਕਰਦੇ। ਹਾਂ, ਇਹ ਤੁਹਾਡੀ ਗੁੱਡਵਿਲ ਬਣਦੀ ਹੈ ਇਹਦੇ ਨਾਲ। ਜੇ ਤੁਸੀਂ ਕਿਤੇ ਤੁਹਾਨੂੰ ਲੱਗਦਾ ਵੀ ਤੁਸੀਂ ਕੋਈ ਮਾੜੀ ਚੀਜ਼ ਦੇਖੀ ਹੈ ਤਾਂ ਤੁਸੀਂ ਉਹਨੂੰ ਖੁਦ ਕੈਂਸਲ ਕੀਤਾ, ਨਾ ਕਿ ਬਾਇਰ ਦੇ ਕਹਿਣ ਤੇ। ਰੀਜ਼ਨ ਇਸ ਕਰਕੇ ਦੇਖੋ ਜੀ, ਮੈਂ ਅੱਜ ਡੀਲ ਵੇਚ ਦਿੰਦਾ, ਠੀਕ, ਨੋ ਪ੍ਰੋਬਲਮ, ਗੁੱਡ ਟੂ ਗੋ ਹੋਗਾ ਸਾਰਾ ਕੁਛ, ਪਰ ਕੱਲ੍ਹ ਨੂੰ ਮੈਂ ਫਿਰ ਉਹਨੂੰ ਪ੍ਰੋਪਰਟੀ ਨਹੀਂ ਵੇਚ ਸਕਦਾ, ਹੋਰ ਦੇ ਸਕਦੇ ਹਾਂ, ਠੀਕ ਹੈ ਜੀ। ਸੋ ਇਸ ਕਰਕੇ ਮੈਨੂੰ ਲੱਗਾ ਕਿ ਇੱਥੇ ਇਹ ਬਾਇਰ ਦੇ ਬੈਨੀਫਿਟਸ ਨਹੀਂ ਹੋ ਰਿਹਾ, ਮੈਨੂੰ ਕੈਂਸਲ ਕਰਨਾ ਜ਼ਰੂਰੀ ਸਮਝਿਆ। ਸੋ ਸਿਚੁਏਸ਼ਨ ਇਹ ਸੀਗੀ,
ਉਸ ਪ੍ਰਾਪਰਟੀ ਤੇ ਅੱਜ ਤੋਂ 20 ਸਾਲ ਪਹਿਲਾਂ ਗੈਸ ਸਟੇਸ਼ਨ ਸੀਗਾ ਤੇ ਉਹਤੇ ਸੀਗਾ ਆਪਣਾ ਡਰਾਈ ਕਲੀਨਰ। ਜਦੋਂ ਡਰਾਈ ਕਲੀਨਰ ਜਾਂ ਗੈਸ ਸਟੇਸ਼ਨ ਹੁੰਦੇ ਨੇ ਕਿਤੇ ਨਾ ਕੋਈ ਸਿਚੁਏਸ਼ਨ ਹੋ ਸਕਦੀ, ਸਾਨੂੰ ਡਿਸਕਲੋਜ਼ ਨਹੀਂ ਕੀਤਾ ਗਿਆ ਸੀ ਵੀ ਇੱਥੇ ਗੈਸ ਸਟੇਸ਼ਨ ਹੈ। ਜੀ ਜੀ। ਸੋ ਜਦੋਂ ਬੈਂਕ ਨੇ ਫੇਜ਼ 1 ਮੰਗੀ, ਫੇਜ਼ 1 ਥਰੂ ਚੱਲ ਗਈ, ਫੇਜ਼ 1 ਨੇ ਕਿਹਾ ਵੀ ਫੇਜ਼ 2 ਰეკਮੈਂਡ ਕਰੋ। ਹੁਣ ਤੁਸੀਂ ਸਮਝਦਾਰ ਹੋ, ਤੁਹਾਨੂੰ ਪਤਾ ਜਦੋਂ ਫੇਜ਼ 2 ਰეკਮੈਂਡ ਕਰਦੇ ਕਿਤੇ ਨਾ ਕਿਤੇ ਕੋਈ ਸਿਚੁਏਸ਼ਨ ਹੈ, ਟੌਕਸਿਕ ਮਟੀਰੀਅਲ ਜਾਂ ਥੱਲੇ ਟੈਂਕ ਨਹੀਂ ਹੈ, ਕੋਈ ਇਦਾਂ ਦੀ ਸਿਚੁਏਸ਼ਨ ਹੈਗੀ। ਜੀ ਜੀ। ਚਲੋ ਜੀ, ਸਾਰਾ ਕੁਝ ਠੀਕ ਰਿਹਾ ਸੀ। ਉਸ ਤੋਂ ਬਾਅਦ ਸੋਚਿਆ ਕਿ ਫੇਜ਼ 2 ਰਿਪੋਰਟ ਪੁੱਲ ਕਰਾਂਗੇ, ਪਰ ਐਡੈਂਡਮ ਦੇ ਵਿੱਚ ਅਸੀਂ ਲਿਖਣਾ ਚਾਹੁੰਦੇ ਸੀ ਜੇ ਇਹਦੇ ਤੇ ਕੋਈ ਟੌਕਸਿਕ ਮਟੀਰੀਅਲ ਨਿਕਲਦੇ ਨੇ ਸੈਲਰ ਪੇ ਕਰੂਗਾ। ਠੀਕ ਹੈ। ਸੈਲਰ ਨੇ ਕਿਹਾ ਅਸੀਂ ਪੇ ਨਹੀਂ ਕਰ ਸਕਦੇ। ਉਸ ਟਾਈਮ ਤੇ ਮੈਂ ਸੋਚਿਆ ਕਿ ਉਹਨੂੰ ਕੈਂਸਲ ਕਰਨਾ ਮੇਰਾ ਬਣਦਾ ਹੈ, ਕਿਉਂਕਿ $11-12 ਦਾ ਕਾਸਟ ਸੀਗਾ ਫੇਜ਼ 2 ਦਾ। ਪਰ ਉਸ ਤੋਂ ਬਾਅਦ ਚ ਫਿਰ $60-70 ਆ ਸਕਦਾ ਫੇਜ਼ 2 ਦੀ ਕਲੀਨਿੰਗ ਵਾਸਤੇ। ਜੀ। ਹੁਣ ਇਹ ਜਿਹੜੀ ਪ੍ਰਾਪਰਟੀ ਸੀ, ਜਦੋਂ ਅਸੀਂ ਨੈਗੋਸ਼ੀਏਟ ਕੀਤਾ ਸਾਨੂੰ ਇਹ 7.5% ਤੇ ਕੈਪ ਰੇਟ ਆਇਆ। ਬਹੁਤ ਵਧੀਆ ਪ੍ਰਾਪਰਟੀ, ਹਰ ਚੀਜ਼ ਵਧੀਆ ਟੈਨੈਂਟ ਨੇ, ਹਨਾ। ਪਰ ਜਦੋਂ ਅਸੀਂ ਇਹਦਾ ਮੈਥ ਕਰਦੇ ਹਾਂ ਜੀ, $60,000 ਜਾਂ $1,00,000 ਦੀ ਕਾਸਟ ਲੱਗਦੀ ਆ, ਉਹੀ ਪ੍ਰਾਪਰਟੀ ਜਿਹੜੀ 6.5% ਕੈਪ ਰੇਟ ਤੇ ਹੁੰਦੀ ਆ ਤੇ ਉਹ ਬ੍ਰੇਕ ਈਵਨ ਕਰਦੀ ਹੈ। ਟੈਨੈਂਟ ਜਿਹੜਾ ਕਲਾਇੰਟ ਆ, ਜਿਹੜਾ ਬਾਇਰ ਆ, ਉਹਨੂੰ ਬ੍ਰੇਕ ਈਵਨ, ਉਹਦੇ ਜੇਬ 'ਚ ਪੈਸੇ ਨਹੀਂ ਜਾ ਰਹੇ। ਜੀ ਜੀ ਜੀ, ਬਿਲਕੁਲ। ਸੋ ਉਹ ਐਸੈਟ ਨਹੀਂ ਸੀਗਾ। ਇੱਕ ਹਿਸਾਬ ਨਾਲ ਸਾਨੂੰ ਇਹਦਾ ਲੱਗਾ ਕਿ ਇਹਦੇ 'ਚ ਇਹਨਾਂ ਨੂੰ ਸਿਰਫ ਪੇਮੈਂਟ ਹੀ ਦੇਣੀ ਪੈਣੀ, ਇਹਨੂੰ ਬਚਣਾ ਕੁਛ ਨਹੀਂ। ਜੀ ਜੀ ਜੀ, ਬਹੁਤ ਵਧੀਆ ਗੱਲ ਹੈ। ਜੇ ਤੁਸੀਂ ਇੱਕ ਆਪਣਾ ਰੈਪੂਟੇਸ਼ਨ ਬਣਾਉਂਦੇ ਹੋ, ਬਿਲਕੁਲ, ਤੇ ਕਲਾਇੰਟ ਖੁਦ ਤਾਂ ਤੁਹਾਨੂੰ ਫਿਰ ਦੁਬਾਰਾ ਬਿਜ਼ਨਸ ਦਿੰਦਾ ਹੀ ਆ, ਤੇ ਨਾਲ ਦੀ ਨਾਲ ਹੀ ਤੁਹਾਨੂੰ ਹੋਰ ਵੀ ਕਲਾਇੰਟ ਲੈ ਕੇ ਦਿੰਦੇ ਆ। ਉਹਨਾਂ ਨੂੰ ਇਹ ਐਕਸਪੀਰੀਅੰਸ ਬਿਲਕੁਲ ਦੀ ਲੋੜ ਬਹੁਤ ਹੁੰਦੀ ਹੈ ਇਸ ਕੰਮ 'ਚ। ਉਹਦੇ ਬਾਰੇ ਦੱਸਦਾ ਜੀ। ਉਹ ਜਿਹੜੇ ਸਾਡੇ ਬਾਇਰ ਸੀਗੇ ਜੀ, ਹੁਣ ਉਹਨਾਂ ਨੂੰ ਅਗੇਨ ਇੱਕ ਰਿਸਪੌਂਸਿਬਿਲਿਟੀ ਮੇਰੀ ਬਣ ਗਈ। ਉਹਨਾਂ ਨੂੰ ਮੇਰੇ 'ਤੇ ਯਕੀਨ ਵੀ ਆ ਗਈ ਵੀ ਬੰਦਾ ਇਹ ਠੀਕ ਹੈ, ਵਧੀਆ ਪ੍ਰਾਪਰਟੀ ਲੈ ਕੇ ਦਊਗਾ। ਹੁਣ ਮੈਨੂੰ ਉਹ ਹਰ ਹਫਤੇ ਆਪ ਪ੍ਰਾਪਰਟੀ ਵੇਚਦੇ ਵੀ ਇਹਦੇ ਬਾਰੇ ਦੇਖ, ਆਹ ਸ਼ਾਪਿੰਗ ਸੈਂਟਰ ਦੇਖ, ਆਹ ਆਪਣੇ ਕੰਮ ਦਾ ਕਿ ਨਹੀਂ ਕੰਮ ਦਾ। ਉੱਥੇ ਪ੍ਰਾਈਡ ਫੀਲ ਹੁੰਦੀ ਵੀ ਮੈਨੂੰ ਉਹ ਖੁਦ ਭੇਜ ਰਿਹਾ ਵੀ ਇਹ ਤੂੰ ਮੈਨੂੰ ਦੇਖ ਕੇ ਤੇ ਵੇਚ। ਕਹਿੰਦੇ ਹੁੰਦੇ ਨਾ ਵੀ ਸੋਨੇ ਦੀ ਮੁਰਗੀ ਜਿਹੜੀ ਹੁੰਦੀ ਆ, ਉਹ ਇੱਕ ਉਹਦੀ ਵਾਰੀ ਤਾਂ ਤੁਸੀਂ ਸੋਨੇ ਦੀ ਮੁਰਗੀ ਦਾ ਯੂਜ਼ ਕਰ ਲਓਗੇ, ਲੌਂਗ ਟਾਈਮ ਨਹੀਂ ਚੱਲਦਾ। ਹਾਂ, ਉਸ ਕਰਕੇ ਇੱਕ ਫੇਥ ਬਹੁਤ ਇੰਪੋਰਟੈਂਟ ਆ। ਇੱਕ ਰੀਅਲਿਸਟਿਕ ਰੀਅਲ ਸਟੇਟ ਏਜੰਟ ਆ ਜਾਂ ਰੀਅਲਟਰ ਕਹਿ ਲਓ, ਰੈਪੂਟੇਸ਼ਨ ਬਿਲਡ ਕਰਨੀ ਬਹੁਤ ਹਾਰਡ ਆ, ਪਰ ਗਵਾਉਣੀ ਬਹੁਤ ਸੌਖੀ ਜੀ। ਬਿਲਕੁਲ। ਸੋ ਇਹ ਚੀਜ਼ ਅਗੇਨ 2022 ਦੇ ਵਿੱਚ ਇਹ ਚੀਜ਼ਾਂ ਬਹੁਤ ਜ਼ਿਆਦੀਆਂ ਸਿੱਖੀਆਂ ਨੇ। ਤੁਹਾਡੇ ਤੋਂ ਵੀ ਸਿੱਖਣ ਨੂੰ ਬਹੁਤ ਕੁਛ ਮਿਲਿਆ। ਆਪਣੀ ਚੌਥੀ ਇੰਟਰਵਿਊ ਦਾ ਸ਼ਾਇਦ ਹੈ ਨਾ ਜੀ, ਚੌਥੀ ਇੰਟਰਵਿਊ ਆ। ਸੋ ਅਗੇਨ ਵਿਦ 20 years ਐਕਸਪੀਰੀਅੰਸ, ਮੈਂ ਹਲੇ ਨਵਾਂ ਹੈ, ਸੋ ਮੈਂ ਸਿੱਖ ਰਿਹਾ ਚੀਜ਼ਾਂ ਨੂੰ। ਨਵੇਂ ਹੋ ਪਰ ਕੰਮ ਵਧੀਆ ਕਰ ਰਹੇ ਹੋ। ਅਗੇਨ ਆਈ ਥਿੰਕ ਜਸਟ ਵੇ ਮੇਰੀ ਲੱਕ ਕਹਿ ਲਓ ਜਾਂ ਮੇਰੀ ਬੋਲਣ ਦਾ ਤਰੀਕਾ ਹੋ ਗਿਆ ਕਲਾਇੰਟਸ ਨਾਲ, ਜਾਂ ਰੈਪੂਟੇਸ਼ਨ ਬਿਲਡ ਹੋ ਗਈ, ਵਧੀਆ ਕੰਮ ਮਿਲ ਰਿਹਾ। ਕਮਰਸ਼ੀਅਲ ਇੰਡਸਟਰੀ 'ਚ ਕੰਮ ਬਹੁਤ ਟਫ ਆ, ਪਰ ਮੈਨੂੰ ਵਧੀਆ ਕੰਮ ਮਿਲਿਆ ਇਸ ਚੀਜ਼। ਚਲੋ ਵਾਟ ਐਵਰ। ਤੇ ਕਿਉਂਕਿ ਜਿਹੜਾ ਰੀਅਲਟਰ ਹੁੰਦਾ ਉਹ ਇਹ ਨਹੀਂ ਹੈਗਾ ਵੀ ਤੁਸੀਂ ਕਮਰਸ਼ੀਅਲ ਹੀ ਕਰ ਸਕਦੇ ਹੋ ਜਾਂ ਰੈਜ਼ੀਡੈਂਸ਼ੀਅਲ ਕਰ ਸਕਦੇ ਹੋ। ਜਦੋਂ ਲਾਇਸੈਂਸ ਲੈ ਲਿਆ ਤੁਸੀਂ, ਚਾਹੇ ਕਮਰਸ਼ੀਅਲ ਆ, ਚਾਹੇ ਰੈਜ਼ੀਡੈਂਸ਼ੀਅਲ ਆ, ਫਾਰਮਿੰਗ ਆ, ਕੁਝ ਵੀ ਕਰ ਸਕਦੇ ਹੋ। ਹੋਟਲ ਮੋਟਲ ਤੇ ਇਹਦੇ ਅੰਡਰ ਹੀ ਆਉਂਦਾ ਸਾਰਾ ਕੁਝ। ਉਹ ਆਪਾਂ ਕਰ ਰਹੇ ਹਾਂ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਤੇ ਉਮੀਦ ਕਰਦੇ ਹਾਂ ਕਿ ਸਾਲ 2023 ਜਿਹੜਾ ਸਾਡੇ ਦਰਸ਼ਕਾਂ ਦਾ ਬਹੁਤ ਵਧੀਆ ਲੰਘੇਗਾ। ਕੋਈ ਵੀ ਤੁਸੀਂ ਪ੍ਰਾਪਰਟੀ ਖਰੀਦਣੀ ਹੋਵੇ, ਵੇਚਣੀ ਹੋਵੇ, ਸਾਡੇ ਨਾਲ ਕੰਸਲਟ ਕਰੋ ਕਿਸੇ ਵੀ ਤਰ੍ਹਾਂ ਦੀ ਕੈਲੀਫੋਰਨੀਆ 'ਚ, ਕਿਉਂਕਿ ਅਸੀਂ ਦੋਵੇਂ ਜਣੇ ਕੈਲੀਫੋਰਨੀਆ ਦੇ ਲਾਇਸੈਂਸ ਹੋਲਡਰ ਹਾਂ। ਸਾਡੇ ਨੰਬਰ ਜਿਹੜੇ ਆ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਲਗਾਤਾਰ ਚੱਲਦੇ ਆ। ਤੇ ਕੋਈ ਵੀ ਕੁਐਸਚਨ ਹੋਵੇ ਤੁਸੀਂ ਸਾਨੂੰ ਕਾਲ ਕਰੋ। ਤੇ ਅੱਗੇ ਲਈਏ ਜੀ ਹੁਣ। ਬਿਲਕੁਲ ਜੀ, ਓਕੇ ਜੀ, ਚੰਗਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।